था जी अपडेट। ते हुण अज दा जिहड़ा प्रोग्राम हैगा इस दे विच असीं गलबात करांगे किसानी संघर्ष दे नाल संबंधित, क्योंकि किसानी संघर्ष नूं लैके जो पिछले काफी समय तो जो ये संघर्ष चल रहा है, जे दिल्ली की गल करते हैं तो 26 नवंबर तो जो संघर्ष ਜਿਹੜਾ लगातार ਜਿਹੜੇ किसान है अपने हकों की लड़ाई लड़ते आ रहे हैं ते 77वां दिन हो गया ते जे गल करते हैं तो बहुत सारिया शहीदियां भी किसानों ने पा लिया ने ते अज दे जिहड़ा प्रोग्राम हैगा ਉਹਦੇ ਵਿੱਚ गलबात करांगे जो ਸਿੰਘ ਸਿੰਘਣੀਆਂ जो गिरफ्तार होए ने बीते दिनों के 26 जनवरी तो बाद जो घटनावां वापरियां ने ਸਿੰਘੂ बॉर्डर होवे, गाजीपुर बॉर्डर होवे जां होर बाकी बॉर्डर्स हैगे उत्थे जो घटनावां वापरियां ने ਉਹਦੇ बारे अज दे ਜਿਹੜੇ ਸਾਡੇ ਮਹਿਮਾਨ ਹੈਗੇ ਗੈਸਟ ਹੈਗੇ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਾਂਗੇ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਬਹੁਤ ਹੀ ਇਨਫੋਰਮੇਟਿਵ ਹੋਏਗਾ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਸਾਡੇ ਜਿਹੜੇ ਗੈਸਟ ਭਾਈ ਸਾਹਿਬ ਜੀ ਗਿਆਨੀ ਬਰਜਿੰਦਰ ਸਿੰਘ ਜੀ ਪਰਵਾਨਾ ਦਮਦਮੀ ਟਕਸਾ ਰਾਜਪੁਰਾ ਤੋਂ ਤੇ ਉਹਨਾਂ ਦੇ ਨਾਲ ਨੇ ਜੀ ਪਪਲਪ੍ਰੀਤ ਸਿੰਘ ਜੀ ਜਿਹੜੇ ਕਿਸੇ ਐਕਟਿਵਿਸਟ ਨੇ ਤੇ ਨਾਲ ਸਾਡੇ ਜਿਹੜੇ ਤੀਸਰੇ ਗੈਸਟ ਨੇ ਐਡਵੋਕੇਟ ਜਗਜੀਤ ਸਿੰਘ ਬਾਜਵਾ ਜਿਹੜੇ ਕਿ ਇਹਨਾਂ ਕੇਸਾਂ ਦੀ ਜਿਹੜੇ ਕਿ ਕੇਸਾਂ ਦੇ ਵਿੱਚ ਇਨਵੋਲਵ ਵੀ ਨੇ ਜਿਹੜੇ ਕਿ ਪੈਰਵੀ ਕਰ ਰਹੇ ਨੇ ਉਹਨਾਂ ਨੂੰ ਵੀ ਫਤਿਹ ਦੀ ਸਾਂਝ ਪਾਉਣੀ। ਸੋ ਸਾਰੇ ਸਾਡੇ ਜਿਹੜੇ ਮਹਿਮਾਨ ਹੈਗੇ ਉਹਨਾਂ ਨੂੰ ਫਤਿਹ ਬੁਲਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ। ਸੋ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਪਹਿਲੇ ਜਿਹੜੇ ਅੱਜ ਦੇ ਗੈਸਟ ਨੇ ਗਿਆਨੀ ਜੀ, ਤੁਹਾਨੂੰ ਅਸੀਂ ਭਾਈ ਸਾਹਿਬ ਜੀ ਭਾਈ ਬਰਜਿੰਦਰ ਸਿੰਘ ਜੀ ਤੁਹਾਨੂੰ ਮੈਂ ਪੁੱਛਣਾ ਚਾਹੂੰਗੀ ਕਿਉਂਕਿ ਜੇ ਅਸੀਂ ਬੀਤੇ ਵੈਸੇ ਤਾਂ ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ ਕਿਸਾਨੀ ਸੰਘਰਸ਼ ਨੂੰ ਲੈ ਕੇ ਕਰ ਰਹੇ ਹਾਂ, ਕਿਸਾਨਾਂ ਦੇ ਹੱਕਾਂ ਦੀ ਲੜਾਈ ਜੋ ਚੱਲ ਰਹੀ ਆ ਉਹਦੇ ਬਾਰੇ ਕਰ ਰਹੇ ਹਾਂ, ਬਟ ਅੱਜ ਦਾ ਜਿਹੜਾ ਮੁੱਦਾ ਹੈਗਾ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਜਿਹੜੇ ਗ੍ਰਿਫਤਾਰੀਆਂ ਹੋਈਆਂ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਉੱਥੇ ਬੀਤਿਆ ਹੈਗਾ, ਜੋ ਕਿਸਾਨੀ ਸੰਘਰਸ਼ ਦੇ ਦੌਰਾਨ ਜੋ ਘਟਨਾਵਾਂ ਵਾਪਰੀਆਂ ਨੇ ਜਾਂ ਜੋ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਕੀ ਵਿਚਾਰ ਨੇ ਜਾਂ ਇਹ ਕੀ ਸਾਰਾ ਕੁਝ ਕੀ ਘਟਨਾਵਾਂ ਵਾਪਰੀਆਂ ਨੇ। ਮੈਂ ਜ਼ਿਆਦਾ ਪੁਰਾਣੀ ਗੱਲਬਾਤ ਨਹੀਂ ਕਰੂੰਗੀ, 26 ਜਨਵਰੀ ਦੀ ਗੱਲਬਾਤ ਵੀ ਨਹੀਂ ਕਰੂੰਗੀ ਕਿਉਂਕਿ ਸਾਰਿਆਂ ਨੂੰ ਪਤਾ ਹੈਗਾ ਕਿ ਕੀ ਹੋਇਆ, ਪਰ ਉਸ ਤੋਂ ਬਾਅਦ ਜੋ ਕੁਝ ਹੋਇਆ ਗ੍ਰਿਫਤਾਰੀਆਂ ਹੋਈਆਂ ਨੇ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈਗਾ? ਕਿਉਂਕਿ ਬੀਤੇ ਕੱਲ ਜੋ ਪੈਦਲ ਯਾਤਰਾ ਹੋਈ ਹੈਗੀ ਆ, ਤੁਸੀਂ ਮੋਰੀ ਸੀਗੇ ਸਿੰਘੂ ਬਾਰਡਰ ਤੇ ਜਿਹਦੇ ਵਿੱਚ ਕਾਫੀ ਜਾਣਿਆਂ ਨੇ ਸ਼ਮੂਲੀਅਤ ਵੀ ਕੀਤੀ ਹੈਗੀ ਹੈ ਇਸ ਜਿਹੜੀ ਪੈਦਲ ਯਾਤਰਾ ਦੇ ਵਿੱਚ ਪੈਦਲ ਮਾਰਚ ਹੋਇਆ, ਉਹਦੇ ਬਾਰੇ ਕੀ ਕਹਿਣਾ ਚਾਹੋ? ਭੈਣ ਜੀ ਤੁਹਾਡਾ ਸਵਾਲ ਜਿਹੜਾ ਬੜਾ ਵਾਜਬ ਹੈ ਕਿਉਂਕਿ ਇਸ ਸਮੇਂ ਜਿਹੜਾ ਕਿਸਾਨੀ ਸੰਘਰਸ਼ ਦਾ ਜਿਹੜਾ ਘੋਲ ਹੈ ਉਹ ਆਪਣੇ ਆਪ ਇੱਕ ਸਿਖਰਾਂ ਦੇ ਉੱਪਰ ਹੈ। ਤੇ ਜਿਹੜੀਆਂ ਗ੍ਰਿਫਤਾਰੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਉਹ 26 ਜਨਵਰੀ ਤੋਂ ਪਹਿਲਾਂ ਵੀ ਜਿਹੜੀਆਂ ਨੇ ਉਹ ਹੋਈਆਂ ਤੇ 26 ਜਨਵਰੀ ਤੋਂ ਬਾਅਦ ਦਾ ਸਿਲਸਿਲਾ ਜਿਹੜਾ ਉਹ ਅੱਗ ਵਾਂਗੂ ਚੱਲ ਰਿਹਾ। ਜਦੋਂ ਕਿਸੇ ਵੀ ਸੰਘਰਸ਼ ਵਿੱਚ ਵੜੀਏ ਤਾਂ ਗ੍ਰਿਫਤਾਰੀਆਂ ਦਾ ਹੋਣਾ ਇੱਕ ਆਮ ਗੱਲ ਹੁੰਦੀ ਹੈ, ਇੱਕ ਮਾਮੂਲੀ ਗੱਲ ਹੁੰਦੀ ਹੈ। ਕਿਉਂਕਿ ਕਿਸੇ ਵੀ ਸੰਘਰਸ਼ ਨੂੰ ਜਦੋਂ ਤਾਰੋ ਪੀੜ ਕਰਨਾ ਹੋਵੇ ਤਾਂ ਪ੍ਰਸ਼ਾਸਨ ਜਿਹੜਾ ਹੈ ਉਹ ਆਪਣੇ ਜ਼ੁਲਮ ਦੀਆਂ ਹੱਦਾਂ ਹਮੇਸ਼ਾ ਪਾਰ ਕਰਦਾ ਹੈ। ਸੋ ਗ੍ਰਿਫਤਾਰੀਆਂ ਹੋਣੀਆਂ ਜਾਂ ਸ਼ਹਾਦਤਾਂ ਹੋਣੀਆਂ ਜਿਹੜੀਆਂ ਨੇ ਇੱਕ ਗੱਲਾਂ ਨੇ, ਇਹਦੇ ਤੋਂ ਬਿਨਾਂ ਸੰਘਰਸ਼ ਸਿਰੇ ਨਹੀਂ ਚੜ੍ਹਦੇ। ਪਰ ਸਭ ਤੋਂ ਵੱਡੀ ਜਿਹੜੀ ਦੁੱਖ ਦੀ ਗੱਲ ਇਹ ਹੈ ਕਿ ਗ੍ਰਿਫਤਾਰੀਆਂ ਤਾਂ ਹੋ ਰਹੀਆਂ ਨੇ, ਪਰ ਗ੍ਰਿਫਤਾਰੀਆਂ ਦੇ ਪਿੱਛੇ ਜਿਨ੍ਹਾਂ ਕਾਰਨਾਂ ਕਰਕੇ ਗ੍ਰਿਫਤਾਰੀਆਂ ਹੋ ਰਹੀਆਂ ਨੇ ਉਹ ਹੈ ਕਿਸਾਨੀ ਸੰਘਰਸ਼। ਪਰ ਕਿਸਾਨੀ ਸੰਘਰਸ਼ ਦੇ ਉੱਪਰ ਜਿਹੜੇ ਇਸ ਅਖਾੜੇ ਦੇ ਵਿੱਚ ਜਿਹੜੇ ਮੱਲ ਬੈਠੇ ਨੇ, ਜਿਹੜੇ ਕਹਿ ਰਹੇ ਨੇ ਵੀ ਅਸੀਂ ਲੜ ਰਹੇ ਹਾਂ ਇਸ ਘੋਲ ਰਹੇ ਆ, ਉਹਨਾਂ ਦਾ ਇਹਦੇ ਤੋਂ ਪਿੱਛੇ ਹਟ ਜਾਣਾ ਉਹ ਇੱਕ ਬੜਾ ਵੱਡਾ ਤੇ ਬੜਾ ਭਾਰੀ ਇੱਕ ਚਿੰਤਾ ਦਾ ਹੈ ਜਿਹੜਾ ਸਾਨੂੰ ਇਹ ਮਜਬੂਰ ਕਰਦਾ ਹੈ ਵੀ ਇਸ ਕਿਸਾਨੀ ਸੰਘਰਸ਼ ਨੂੰ ਅਸੀਂ ਦੂਜੀ ਅੱਖ ਨਾਲ ਵੇਖੀਏ ਵੀ ਇਹਦੇ ਵਿੱਚ ਸਿਆਸਤ ਜਿਹੜੀ ਆ ਵੜ ਚੁੱਕੀ ਹੈ, ਸਰਕਾਰਾਂ ਦਾ ਜਿਹੜਾ ਰੋਲ ਹੈ ਇਹਦੇ 'ਚ ਆ ਚੁੱਕਿਆ। ਮਜਬੂਰੀ ਹੋ ਜਾਂਦੀ ਹੈ ਇਸ ਪਾਸੇ ਨੂੰ ਸੋਚਣਾ ਕਿਉਂਕਿ ਸਿੱਧਾ ਲਫ਼ਜ਼ਾਂ ਦੇ ਵਿੱਚ ਜਦੋਂ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਉਹ 26 ਜਨਵਰੀ ਨੂੰ ਖਾਸ ਕਰਕੇ, ਤਾਂ ਉਹਦੇ ਵਿੱਚ ਜਿਹੜੇ ਸਾਡੇ ਲੀਡਰ ਸਨ, ਜਿਹੜੇ ਲੀਡਰ ਹੀ ਕਵਾਂਗੇ ਕਿਉਂਕਿ ਜਿਹੜੇ ਲੀਡ ਕਰਦੇ ਲੀਡਰ ਕਿਹਾ ਜਾਂਦਾ ਹੈ। ਜੇ ਮੈਂ ਕਿਸੇ ਧਾਰਮਿਕ ਕੰਮ ਨੂੰ ਲੀਡ ਕਰਾਂਗਾ ਧਾਰਮਿਕ ਲੀਡਰ ਤੌਰ ਤੇ ਲੋਕੀ ਕਹਿਣਗੇ, ਤੇ ਉਹਨਾਂ ਲੀਡਰਾਂ ਨੇ 26 ਜਨਵਰੀ ਨੂੰ ਇਹਦੇ ਉੱਪਰੋਂ 27 ਤੇ 28 ਤਰੀਕ ਨੂੰ ਆਪਣੇ ਆਪ ਨੂੰ ਰਾਸ਼ਟਰਵਾਦੀ ਆਪਣੇ ਆਪ ਨੂੰ ਸਾਬਤ ਕਰਨ ਵਾਸਤੇ ਗੱਦਾਰਾਂ ਦੇ ਸਰਟੀਫਿਕੇਟ ਜਿਹੜੇ ਵੰਡੇ ਤੇ ਇੱਥੋਂ ਤੱਕ ਕਹਿ ਦਿੱਤਾ ਗਿਆ ਵੀ ਜਿਹੜੇ ਲਾਲ ਕਿਲੇ ਤੇ ਗਏ ਨੇ ਉਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਜਿਹਦੇ ਨਾਲ ਸਰਕਾਰ ਨੂੰ ਗ੍ਰਿਫਤਾਰੀਆਂ ਜਿਹੜੀਆਂ ਨੇ ਕਰਨੀਆਂ ਸੌਖੀਆਂ ਹੋ ਗਈਆਂ, ਸਰਕਾਰ ਨੂੰ ਪ੍ਰੈਸ਼ਰ ਬਣਾਉਣਾ ਸੌਖਾ ਹੋ ਗਿਆ, ਸਰਕਾਰ ਨੂੰ ਤਸ਼ੱਦਦ ਕਰਨਾ ਜਿਹੜਾ ਸੌਖਾ ਹੋ ਗਿਆ। ਹੁਣੇ ਲੇਟੈਸਟ ਦੇਖੋ, ਇੱਕ ਗੱਲ ਹੁੰਦੀ ਹੈ ਵੀ ਕਿਸੇ ਨੇ ਸੁਣੀ ਆ ਤੇ ਸੁਣਾਈ ਆਪਾਂ ਝੂਠੀ ਹੋ ਜਾਂਦੀ ਆ, ਪਰ ਇੱਕ ਗੱਲ ਇਹ ਵੀ ਜਿਹੜੀ ਔਨ ਮੀਡੀਆ ਰਿਕਾਰਡ ਹੈ। ਮੈਂ ਕੱਲ ਇੱਕ ਵੀਡੀਓ ਵੇਖੀ ਆ ਸਾਡੇ ਅਤੀ ਸਤਿਕਾਰਯੋਗ ਜਿਨ੍ਹਾਂ ਨੂੰ ਬਜ਼ੁਰਗ ਆਗੂ ਤੇ ਪੁਰਾਣੇ ਆਗੂ ਮੰਨਿਆ ਦਾ ਰਾਜੇਵਾਲ ਜੀ ਨੂੰ, ਉਹਨਾਂ ਨੇ ਕਿਸੇ ਨੇ ਸਵਾਲ ਕੀਤਾ ਵੀ ਭੈਣ
ਤੇ ਹੋਰ ਭੈਣਾਂ ਜਿਹੜੀਆਂ ਜਾਂ ਵੀਰ ਨੇ ਜਿਹੜੇ ਇਸ ਸਮੇਂ ਸੰਘਰਸ਼ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ, ਤੇ ਤੁਸੀਂ ਕੀ ਕਰ ਰਹੇ ਹੋ? ਤੇ ਉਹਨਾਂ ਦਾ ਸਿੱਧਾ ਸਿੱਧਾ ਜਵਾਬ ਸੀ ਵੀ ਇਹ ਅੰਦੋਲਨ ਬਹੁਤ ਵੱਡਾ ਹੈ ਤੇ ਸਾਡੇ ਤੇ ਇਹ ਜ਼ਿੰਮੇਵਾਰੀਆਂ, ਇਸ ਕਰਕੇ ਕੋਈ ਹੋਰ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਜਿਹੜਾ ਉਹ ਗ੍ਰਿਫਤਾਰੀਆਂ ਹੋਈਆਂ ਨੇ ਉਹਨਾਂ ਦੇ ਲੜਨ ਜਾਂ ਅੱਗੇ ਆਉਣ। ਹੁਣ ਇਹ ਸਿੱਧਾ ਜੀ। ਸਿੱਧਾ ਪੱਲਾ ਝਾੜ ਦਿੱਤਾ ਵੀ ਜੇ ਤਾਂ ਗ੍ਰਿਫਤਾਰ ਕੀਤਾ ਗਿਆ, ਉਹ ਗ੍ਰਿਫਤਾਰ ਦਾ ਰੀਜ਼ਨ ਕੀ ਹੈ? ਹੋਏ ਤਾਂ ਕਿਸਾਨੀ ਸੰਘਰਸ਼ ਦੇ ਵਿੱਚ ਗ੍ਰਿਫਤਾਰ ਹੋਏ ਨੇ ਨਾ, ਤੇ ਤੁਸੀਂ ਪੱਲਾ ਝਾੜ ਰਹੇ ਹੋ। ਤੁਸੀਂ ਉਹਨਾਂ ਗ੍ਰਿਫਤਾਰ ਕੀਤੇ 9 ਬਚਾ ਨਹੀਂ ਸਕਦੇ। ਤੁਸੀਂ ਕਹਿੰਦੇ ਹੋ ਦੂਜੀਆਂ ਜਥੇਬੰਦੀਆਂ ਆ ਕੇ ਬਚਾਉਣ, ਫਿਰ ਤੁਸੀਂ ਸਟੇਜ ਛੱਡਦੇ ਹੋ। ਜਥੇਬੰਦੀਆਂ ਕਿਸਾਨੀ ਦਾ ਘੋੜਾ ਵੀ ਦੂਜੀ ਜਥੇਬੰਦੀਆਂ ਲੜ ਲੈਣਗੀਆਂ ਜਿਹੜਾ ਤੁਹਾਡੇ ਸਿਰ ਤੇ ਖੜੇ ਹੈ। ਸੋ ਦੂਜੀ ਗੱਲ, ਨੌਦੀਪ ਕੌਰ ਭੈਣ ਜਿਹੜੀ ਸਾਡੀ ਗ੍ਰਿਫਤਾਰ ਕੀਤੀ ਗਈ, 12-14 ਜਨਵਰੀ ਤੋਂ ਲੈ ਕੇ ਹਵਾ ਤੱਕ ਨਹੀਂ ਸੀ ਆਈ ਵੀ ਭੈਣ ਕਿ ਗ੍ਰਿਫਤਾਰ ਹੈ, ਤੇ ਇਹਨਾਂ ਨੇ ਕੋਈ ਸਟੈਂਡ ਨਹੀਂ ਲਿਆ। ਤੇ ਮੈਂ ਕੱਲ ਸਪਸ਼ਟ ਅੱਖਰਾਂ ਵਿੱਚ ਕਹਿ ਕੇ ਆਇਆ, ਓਏ ਅਸੀਂ ਤੇ ਗਜਨੀ ਦੇ ਬਾਜ਼ਾਰਾਂ ਵਿੱਚੋਂ ਕੱਢ ਕੱਢ ਕੇ ਲਿਆਏ ਆ ਧੀਆਂ ਭੈਣਾਂ। ਅਸੀਂ ਉਹ ਕੌਮ ਆ, ਤੇ ਜੇ ਅੱਜ ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੇ ਕੇ ਅਸੀਂ ਜ਼ਮੀਨਾਂ ਬਚਾਉਣ ਆਇਆ, ਤੇ ਥੂ ਇਹਨਾਂ ਜ਼ਮੀਨਾਂ ਨੂੰ, ਲਾਹਨਤ ਸਾਡੇ ਤੇ ਵੀ ਅਸੀਂ ਜ਼ਮੀਨਾਂ ਬਚਾ ਰਹੇ ਹਾਂ, ਆਪਣੀਆਂ ਧੀਆਂ ਦੀਆਂ ਇੱਜ਼ਤਾਂ ਦੇ ਕੇ ਜ਼ਮੀਨਾਂ ਬਚਾ ਰਹੇ ਹਾਂ। ਸੋ ਇਸ ਕਰਕੇ ਜਥੇਬੰਦੀਆਂ ਦਾ ਸਟੈਂਡ ਲੈਣਾ ਬਣਦਾ ਹੈ, ਪਰ ਅਜੇ ਤੱਕ ਇਹਨਾਂ ਦਾ ਕੋਈ ਸਟੈਂਡ ਜਿਹੜਾ ਕਲੀਅਰ ਨਹੀਂ ਆਇਆ। ਤੇ ਦੂਜੀ ਗੱਲ, ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਨੇ, ਅੱਜ ਵੀ ਭੈਣ ਨੌਦੀਪ ਕੌਰ ਨੂੰ ਇੱਕ ਕੇਸ ਵਿੱਚੋਂ ਜ਼ਮਾਨਤ ਮਿਲੀ ਹੈ, ਤੇ ਉਹਦਾ ਸਿੱਧਾ ਸਿੱਧਾ ਸਿਹਰਾ ਮਨੁੱਖੀ ਅਧਿਕਾਰਾਂ ਦੀ ਜਿਹੜੀ ਟੀਮ ਆ, ਜਿਹੜੇ ਵਕੀਲ ਨੇ, ਉਹਨਾਂ ਨੂੰ ਜਾਂਦਾ ਹੈ। ਜਥੇਬੰਦੀਆਂ ਨੇ ਹੁਣ ਤੱਕ ਕੋਈ ਪੈਰਵਾਈ ਨਹੀਂ ਕੀਤੀ। ਜਿਸ ਦਿਨ ਨਵਰੀਤ ਸਿੰਘ ਸ਼ਹੀਦ ਹੁੰਦਾ, ਕਹਿੰਦੇ ਸਾਡਾ ਨਹੀਂ, ਫਿਰ ਭੋਗ ਤੇ ਜਾ ਕੇ ਉਹਦੇ ਇਹ ਸ਼ਰਧਾਂਜਲੀਆਂ ਦੇ ਕੇ ਆਉਂਦੇ ਨੇ। ਸੋ ਇਹ ਦੋਗਲੇ ਚਿਹਰੇ ਨੇ। ਜੇ ਗੱਲਾਂ ਕਰਦੇ ਆ ਤੇ ਇਹਨਾਂ ਦੇ ਬਿਆਨ ਨੇ, ਤੇ ਯੂ ਟਰਨ ਹੁੰਦੇ ਨੇ ਤਾਂ ਵੀ ਇਹਨਾਂ ਦੇ ਬਿਆਨ ਨੇ, ਤੇ ਬਦਨਾਮ ਇਹ ਸਾਡੇ ਵਰਗਿਆਂ ਨੂੰ ਕਰ ਰਹੇ ਨੇ ਵੀ ਇਹਨਾਂ ਕਰਕੇ ਸੰਘਰਸ਼ ਖਰਾਬ ਹੋਇਆ। ਪਰ ਸਰ ਜੀ, ਤੁਹਾਡੇ ਜਿਹੜੇ ਵਿਚਾਰ ਅਸੀਂ ਫਿਰ ਤੋਂ ਸੁਣਾਂਗੇ, ਪਰ ਭਾਈ ਬੱਬਲਪ੍ਰੀਤ ਸਿੰਘ ਜੀ, ਜਿਵੇਂ ਇਹਨਾਂ ਭਾਈ ਸਾਹਿਬ ਨੇ ਕਿਹਾ ਹੈਗਾ, ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜਾ ਕਿਸਾਨੀ ਸੰਘਰਸ਼ ਹੈਗਾ, ਇਹਨਾਂ ਦੀ ਗੱਲ ਦੇ ਵਿੱਚੋਂ ਹੀ ਗੱਲ ਕਰ ਰਹੀ ਹਾਂ। ਜਿਵੇਂ ਕਿਸਾਨੀ ਸੰਘਰਸ਼ ਹੈਗਾ, ਅਸੀਂ ਕਹਿੰਦੇ ਕਿ ਏਕਤਾ ਦਾ ਸਬੂਤ ਇਹਦੇ ਵਿੱਚ ਦਿੱਤਾ ਗਿਆ ਹੈਗਾ, ਪਰ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਇਹਦੇ ਵਿੱਚ ਕਾਮਯਾਬ ਹੋ ਰਹੀ ਹੈ? ਕਿ ਇਹਨੂੰ ਪਿਛਲੇ ਦਿਨੀ ਬਿਆਨ ਵੀ ਆਇਆ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿ ਸਿੱਖਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ, ਕਿ ਇਹਨੂੰ ਇੱਕ ਤਰ੍ਹਾਂ ਦਾ ਸਿੱਖਾਂ ਦਾ ਅੰਦੋਲਨ ਬਣਾਇਆ ਜਾ ਰਿਹਾ, ਤੇ ਇਹਨੂੰ ਇੱਕ ਤਰ੍ਹਾਂ ਨਾਲ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਤੇ ਬਾਕੀ ਜਿਹੜੇ ਧਰਮ ਹੈਗੇ ਉਹ ਆਪਣੇ ਆਪ ਪਿੱਛੇ ਹਟ ਜਾਣ, ਕਿ ਇਹ ਤਾਂ ਸਿੱਖਾਂ ਦਾ ਧਰਮ ਹੋ ਗਿਆ, ਸਿੱਖਾਂ ਦਾ ਜਿਹੜਾ ਅੰਦੋਲਨ ਹੋ ਗਿਆ ਹੈਗਾ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਗੱਲ ਆ ਜੀ, ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਆ ਏਕਤਾ ਦੀ, ਗਿਆਨੀ ਜੀ ਬੋਲ ਕੇ ਹਟੇ ਆ, ਜਦੋਂ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਮਹਾਰਾਜ ਦਾ ਹੁਕਮ ਹੈ ਸਾਰਾ। ਜਦੋਂ ਜਲੀਲ ਹੋ ਰਹੀ ਹੋਈਏ ਤੇ ਉਸ ਨੂੰ ਏਕਤਾ ਨਹੀਂ ਕਿਹਾ ਜਾਂਦਾ। ਇੱਥੇ ਜਲੀਲ ਕੀਤਾ ਗਿਆ। ਸਾਡੇ ਨੌਜਵਾਨ ਆਗੂ ਦੀਪ ਸਿੱਧੂ ਨੂੰ ਪਹਿਲਾਂ ਸਟੇਜਾਂ ਤੋਂ ਰੋਕਿਆ ਗਿਆ, ਲੱਖਿਆ ਸਧਾਣੇ ਨੂੰ ਜੇ ਥੋੜਾ ਮੌਕਾ ਮਿਲਦਾ ਸੀ ਤੇ ਉਹਨੂੰ ਵੀ ਰੋਕਿਆ ਗਿਆ। ਇਸ ਤੋਂ ਬਾਅਦ ਅਗਲੀ ਗੱਲ ਕੀ ਹੋਈ ਕਿ ਜਦੋਂ 26 ਤੋਂ ਬਾਅਦ ਉਹਨਾਂ ਨੂੰ ਗਦਾਰ ਹੀ ਨਹੀਂ ਇਕੱਲਾ ਕਿਹਾ, ਉਹਨਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਜਿਹੜਾ ਕਾਮਰੇਡ ਰਜਿੰਦਰ ਨੇ ਦਿੱਤਾ। ਪਿਛਲੇ ਪਾਸੇ ਸਟੇਜ ਤੋਂ ਇਹਨਾਂ ਦੇ ਪਿੱਛੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਆ, ਜਿਨ੍ਹਾਂ ਨੂੰ ਇਹਨਾਂ ਨੇ ਖੇਤਰਵਾਦ ਜਿਹੜਾ ਉਹ ਉਛਾਲ ਕੇ, ਤੇ ਮਾਝੇ ਵਾਲੇ ਦੀ ਸਟੇਜ ਰਾਜੇ ਵਾਲੇ ਦੇ ਬੰਦਿਆਂ ਨੇ ਕਿਹਾ ਕਿ ਉਸ ਪਾਸੇ ਨਹੀਂ ਜਾਣਾ। ਸੋ ਇਹ ਜਿਹੜੀ ਏਕਤਾ ਵਾ, ਏਕਤਾ ਤਾਂ ਇਹੀ ਚਾਹੁੰਦੇ ਆ, ਪਰ ਵੇਖੋ ਕਿ ਜਲੀਲ ਕੌਣ ਕਰ ਰਿਹਾ। ਸੰਯੁਕਤ ਮੋਰਚੇ ਦੀ ਸਟੇਜ ਤੋਂ ਜਿਹੜੀਆਂ ਪ੍ਰਮੁੱਖ ਪ੍ਰੋਮੀਨੈਂਟ ਹਸਤੀਆਂ ਨੇ, ਉਹ ਚਾਹੇ ਸਿੱਧੇ ਤੌਰ ਤੇ ਕਿਸਾਨੀ ਨਾਲ ਜੁੜੀਆਂ ਜਾਂ ਐਕਟਿਵਿਸਟ ਨੇ ਸਾਡੇ, ਜਾਂ ਜਿਹੜੇ ਸਿੱਖ ਸਿਆਸੀ ਕਾਰਕੁਨ ਹੁੰਦੇ ਆ, ਪੋਲੀਟੀਕਲ ਐਕਟਿਵਿਸਟ ਹੁੰਦੇ ਆ, ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਕਰਦੇ। ਇਹ ਚਾਹੁੰਦੇ ਨਹੀਂ ਕਿ ਕਿਸੇ ਦੀ ਹੋਂਦ ਜਿਹੜੀ ਉਹ ਬਣੇ। ਦੂਸਰੀ ਗੱਲ, ਜਿਹੜੀ ਗੱਲ ਹੈ ਤੁਹਾਡੇ ਵੱਲੋਂ ਕਹੀ ਗਈ ਕਿ ਮੋਦੀ ਏਦਾਂ ਕਹਿੰਦਾ ਕਿ ਸਿੱਖਾਂ ਬਾਰੇ, ਵੇਖੋ ਇਹ ਇੱਕ ਤਰੀਕਾ ਜਿਵੇਂ ਕਾਂਗਰਸ ਮੁਸਲਮਾਨਾਂ ਨੂੰ ਪੁਚਕਾਰ ਕੇ ਰੱਖਦੀ ਆ, ਇਸੇ ਤਰੀਕੇ ਨਾਲ ਇਹ ਸਿੱਖਾਂ ਨੂੰ ਇਸ ਤਰੀਕੇ ਦੀ ਸਿਫਤ ਕਰਕੇ ਤੇ ਉਹਨਾਂ ਨੂੰ ਜਿਵੇਂ ਕੋਈ ਗਲ ਲਾ ਕੇ ਘੁੱਟ ਕੇ ਮਾਰ ਦਿੰਦਾ ਨਾ, ਇਹ ਉਹ ਨੀਤੀ ਚਾਹੁੰਦੇ ਆ। ਕਿਉਂਕਿ ਸਿੱਧੇ ਤੌਰ ਤੇ ਕਾਂਡ ਜੇ ਕਰ ਨਹੀਂ ਰਹੇ, ਜਿਵੇਂ ਇਸ ਤਰ੍ਹਾਂ ਪਹਿਲਾਂ ਕਾਂਗਰਸ ਨੇ ਕੀਤਾ। ਇਹ ਸਟੇਟ ਦੀ ਇੱਕ ਪਾਲਿਸੀ ਆ। ਇਹ ਹਿੰਦੂ ਫਾਸ਼ੀਵਾਦੀ ਜਿਹੜਾ ਗਰੁੱਪ ਆ, ਭਾਰਤੀ ਜਨਤਾ ਪਾਰਟੀ, ਜਿਹੜੇ ਸਿਰਫ ਹਿੰਦੂਤਵ ਨੂੰ ਇਸ ਤਰੀਕੇ ਨਾਲ ਉਛਾਲਦੇ ਆ ਕਿ ਭਾਰਤ ਨੂੰ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਉਸ ਗੱਲ ਤੇ ਵਿਜਿੱਦ ਆ। ਕਦੇ ਗਾਂ ਦੇ ਨਾਮ ਤੇ ਕਤਲ ਹੁੰਦੇ ਆ, ਕਦੇ ਮੌਬ ਲਿੰਚਿੰਗ ਹੁੰਦੀ ਆ, ਕਦੇ ਕੁਛ ਹੁੰਦਾ, ਕਦੇ ਕੁਛ ਹੁੰਦਾ। ਜੇ ਕੋਈ ਐਕਟਿਵਿਸਟ ਜਿਹੜੇ ਸੀ CAA ਜਾਂ NRC ਜਿਹੜੇ ਬਣੇ ਇਥੋਂ ਦੇ ਕਾਨੂੰਨ, ਉਹਨਾਂ ਖਿਲਾਫ ਵਿਚਾਰ ਪ੍ਰਗਟਾਉਂਦਾ, ਤੇ ਉਹ ਬੰਦੇ ਇੱਥੇ ਖੜੇ ਹੋਏ ਆ। ਗਾਂ ਆਪਾਂ ਗੱਲ ਕਰੀਏ ਭਵਿੱਖ ਦੀ,
ਵਕੀਲ ਸਾਹਿਬ ਵੀ ਜੁੜੇ ਆ ਜਾਂ ਜਿਹੜੇ ਹੋਰ ਸਾਨੂੰ ਸਾਰੇ ਸੁਣ ਰਹੇ ਆ, ਇਹ ਜਿਹੜੇ ਕੇਸ ਇਹਨਾਂ ਨੇ ਪਾ ਦਿੱਤੇ ਆ ਨਾ, ਜੇ ਇਹਨਾਂ ਦੇ ਕਿਸਾਨ ਯੂਨੀਅਨਸ ਦੇ ਵੱਲੋਂ ਕੋਈ ਦਬਾਅ ਨਾ ਬਣਾਇਆ ਗਿਆ ਤੇ ਇਹ ਜ਼ਿੰਦਗੀਆਂ ਬਰਬਾਦ ਹੋਣੀਆਂ। 128 ਬੰਦੇ ਜਿਹੜੇ ਆ ਉਹਨਾਂ ਨੂੰ ਫਿਲਹਾਲ ਜਿਹੜੀ ਲਿਸਟ ਆਈ ਆ ਸਾਹਮਣੇ ਵੱਖ-ਵੱਖ ਅਦਾਰਿਆਂ ਦੇ ਰਾਹੀਂ ਕਿ 128 ਬੰਦੇ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਆ ਵੱਖ-ਵੱਖ ਪਰਚਿਆਂ ਦੇ ਵਿੱਚ, ਤੇ ਇਹਨਾਂ ਨੂੰ ਉਮਰਾਂ ਭਰ ਦੇ ਲਈ ਵੀ ਇਹ ਫਸਾ ਸਕਦੇ ਆ। ਜੁਆਪੇ ਵਰਗਾ ਜਿਹੜਾ ਮੁਕੱਦਮਾ ਵਾ ਬਿਨਾਂ ਜਦੋਂ ਮਰਜ਼ੀ ਜਿਹਨੂੰ ਚਾਹੋ ਚੁੱਕ ਸਕਦੇ ਆ। ਸੋ ਇੱਥੇ ਜਿਹੜਾ ਇਹ ਘੋਲ ਆ, ਇਸ ਤੇ ਸਰਕਾਰੀ ਜ਼ਬਰ ਚੱਲ ਰਿਹਾ। ਸਰਕਾਰੀ ਜ਼ਬਰ ਕਿੱਦਾਂ ਡੱਕਿਆ ਜਾ ਸਕਦਾ, ਉਹ ਇਹੋ ਹੀ ਆ ਕਿ ਇੱਕ ਦੇ ਨਾਲ ਬੇਸ਼ੱਕ, ਪਰ ਜਿਵੇਂ ਜਿਹੜੀ ਇਹਨਾਂ ਦੀ ਸੋ ਕਾਲਡ ਆਗੂਆਂ ਦੀ ਜਿਹੜੀ ਅਯੋਗਤਾ ਵਾ, ਇਹਦੇ ਨਾਲ ਤਾਂ ਨਹੀਂ ਜ਼ਬਰ ਰੁਕਣਾ। ਇਹ ਤਾਂ ਲੋਕਾਂ ਨੂੰ ਖੁਦ ਹੁਣ ਸੋਚਣਾ ਪੈਣਾ। ਉਹ ਖੁਦ ਜਾ ਕੇ ਜਿਹੜੇ ਬੰਦੇ ਸਾਡੇ ਟਰਾਲੀਆਂ 'ਚ ਬੈਠੇ ਹੋਏ ਆ, ਇਹਨਾਂ ਨੂੰ ਜਵਾਬਦੇਹ ਬਣਾਓ। ਜਿਵੇਂ ਕੱਲ ਦੀਪ ਸਿੱਧੂ ਤੇ ਹੋਰਾਂ ਦੀ ਗ੍ਰਿਫਤਾਰੀ ਦੇ ਬਾਰੇ ਸਿੰਘੂ ਮੋਰਚੇ ਦੇ ਉੱਤੋਂ ਇੱਕ ਪ੍ਰੋਟੈਸਟ ਮਾਰਚ ਕੱਢਿਆ ਗਿਆ ਤੇ ਉਹ ਚੰਗਾ ਸਫਲ ਹੋਇਆ, ਜਿਵੇਂ ਸਰਦਾਰ ਪਰਵਾਨਾ ਉਹਦੇ ਸ਼ਾਮਲ ਹੋਏ ਜਾਂ ਇਹਨਾਂ ਨੇ ਗੱਲ ਦੱਸੀ ਆ। ਸੋ ਕੁੱਲ ਮਿਲਾ ਕੇ ਇਸ ਤਰੀਕੇ ਨਾਲ ਇਹਨਾਂ ਆਗੂਆਂ ਨੂੰ ਜਵਾਬ ਦੇ ਭਈ ਆ ਤੁਸੀਂ ਜੀ ਬਿਲਕੁਲ। ਤੇ ਇਹਦੇ ਨਾਲ ਅਸੀਂ ਜੇ ਗੱਲ ਕਰਦੇ ਹਾਂ, ਜਿਹੜੀ ਤੁਸੀਂ ਗੱਲਬਾਤ ਕਰ ਰਹੇ ਹੋ, ਉਹਦੇ ਨਾਲ ਜਿਹੜੀ ਗ੍ਰਿਫਤਾਰੀਆਂ ਦੀ ਅਸੀਂ ਗੱਲ ਕਰ ਰਹੇ ਹਾਂ। ਸੋ ਗ੍ਰਿਫਤਾਰੀਆਂ ਦੇ ਉੱਤੇ ਜਿਹੜੇ ਸਾਡੇ ਨਾਲ ਜੁੜੇ ਨੇ ਐਡਵੋਕੇਟ ਜਗਜੀਤ ਸਿੰਘ ਜੀ, ਉਹਨਾਂ ਨੂੰ ਮੈਂ ਪੁੱਛਣਾ ਚਾਹੂੰਗੀ। ਉਹਨਾਂ ਤੋਂ ਮੇਰਾ ਜਿਹੜਾ ਅਗਲਾ ਸਵਾਲ ਹੈਗਾ ਕਿ ਇਹ ਕਿੰਨੀਆਂ ਗ੍ਰਿਫਤਾਰੀਆਂ ਜਿਹੜੀਆਂ ਤੁਸੀਂ ਕਹਿ ਰਹੇ ਹੋ 128, ਇਹ ਤਾਂ ਡਾਟਾ ਸ਼ੋ ਕਰ ਰਿਹਾ ਕਿ ਐਕਚੁਅਲ ਦੇ ਵਿੱਚ ਇੰਨੀਆਂ ਗ੍ਰਿਫਤਾਰੀਆਂ ਹੋਈਆਂ ਨੇ, ਇਸ ਤੋਂ ਵੀ ਜ਼ਿਆਦਾ ਨੇ ਗ੍ਰਿਫਤਾਰੀਆਂ, ਤੇ ਕਿੰਨੇ ਹੁਣ ਤੱਕ ਰਿਹਾ ਹੋ ਗਏ ਨੇ, ਕਿੰਨਿਆਂ ਨੂੰ ਬੇਲ ਮਿਲ ਚੁੱਕੀ ਹੈ? ਇਹਦੇ ਬਾਰੇ ਸਾਡੇ ਐਡਵੋਕੇਟ ਜਗਜੀਤ ਸਿੰਘ ਜੀ, ਉਹਨਾਂ ਤੋਂ ਮੈਂ ਪੁੱਛਣਾ ਚਾਹੂੰਗੀ। ਹਾਂਜੀ ਭਾਈ ਸਾਹਿਬ ਜੀ। ਹਾਂਜੀ, ਵੇਖੋ ਜੀ, ਜਿਹੜਾ 128 ਦਾ ਡਾਟਾ ਸੀ ਉਹ ਕੱਲ ਤੱਕ ਦਾ ਸੀ। ਜਿਹੜਾ ਅੱਜ ਸਵੇਰ ਦਾ ਵਾ, ਇਹ 143 ਗ੍ਰਿਫਤਾਰੀਆਂ ਇਹਦੇ ਵਿੱਚ ਹੋ ਚੁੱਕੀਆਂ ਵਾ ਜੀ, ਜਿਹੜੀ ਕਿ ਉਹ ਲਿਸਟ ਆ। ਵੱਖ-ਵੱਖ FIRਾਂ ਦੇ ਵਿੱਚ ਵੱਖ-ਵੱਖ ਜਿਹੜੇ ਬੰਦੇ ਆ ਉਹ ਅਰੈਸਟ ਹੋਏ। 143 ਅੱਜ ਸਵੇਰ ਦਾ ਵਾ। ਤੇ ਉਸ ਤੋਂ ਇਲਾਵਾ ਵੀ ਜਿਹੜੇ ਆ ਲੋਕਾਂ ਨੂੰ ਜਿਹੜੇ ਨੋਟਸ ਆ ਉਹ ਧੜਾ ਧੜ ਮਿਲ ਰਹੇ ਆ। ਉਹ ਵੀ ਲੀਗਲ ਨੋਟਸ ਨਹੀਂ ਮਿਲ ਰਹੇ, ਕਿ ਇਹਨੂੰ ਸਿਰਫ ਇੱਕ ਕੋਈ ਅਫਸਰ ਘਰ ਜਾਂਦਾ ਵਾ ਤੇ ਉਹਨੂੰ ਕਹਿ ਹੁੰਦਾ ਵੀ ਫਲਾਣੇ ਥਾਣੇ ਦੇ ਵਿੱਚ ਤੁਸੀਂ ਹਾਜ਼ਰ ਹੋਵੋ। ਜਦੋਂ ਉੱਥੇ ਪੁੱਛਣ ਜਾਂਦਾ ਵੀ ਮੈਨੂੰ ਕਾਹਦੇ ਵਾਸਤੇ ਬੁਲਾਇਆ, ਉਹਨੂੰ ਉੱਥੇ ਅਰੈਸਟ ਕਰ ਲਿਆ ਜਾਂਦਾ ਵਾ। ਅੱਛਾ। ਇਹ ਸਾਰਾ ਜਿਹੜੀਆਂ ਮਨੁੱਖ ਅਧਿਕਾਰਾਂ ਦਾ ਘਾਣ ਹੋ ਰਿਹਾ। ਦੂਸਰੇ ਨੰਬਰ ਦੇ ਉੱਤੇ ਜਿੰਨੀਆਂ ਵੀ ਇਹ FIRਾਂ 26 ਤਰੀਕ ਤੋਂ ਲੈ ਕੇ 31 ਜਨਵਰੀ ਤੱਕ ਰਜਿਸਟਰਡ ਹੋਈਆਂ ਨੇ, ਉਹ 24 ਘੰਟੇ ਦੇ ਵਿੱਚ ਜਿਹੜੀਆਂ ਡਾਊਨਲੋਡ ਹੋਣੀਆਂ ਚਾਹੀਦੀਆਂ, ਜਿਹੜੀਆਂ ਅੱਜ ਤੱਕ ਨਹੀਂ ਹੋ ਰਹੀਆਂ ਜੀ। ਇਸ ਕਰਕੇ ਲੋਕਾਂ ਨੂੰ ਉਹ ਪਤਾ ਹੀ ਨਹੀਂ ਲੱਗ ਰਿਹਾ ਵੀ ਉਹ ਕਿਹੜੀ FIR ਦੇ ਵਿੱਚ ਨਾਮਜ਼ਦ ਨੇ, ਉਹਨਾਂ ਨੂੰ ਕਾਹਦਾ ਨੋਟਿਸ ਆਇਆ। ਜਦੋਂ ਉਹਨਾਂ ਨੂੰ ਕੋਈ ਵੀ ਪੁਲਿਸ ਅਫਸਰ ਥਾਣੇ ਬੁਲਾਉਂਦਾ ਵਾ ਤੇ ਉਹ ਅਗਲੇ ਪੁੱਛਣ ਜਾਂਦੇ ਆ ਵੀ ਸਾਨੂੰ ਕਿਸ ਲਈ ਬੁਲਾਇਆ, ਤੇ ਉਹ ਉੱਥੋਂ ਉਹਨਾਂ ਦੀ ਅਰੈਸਟ ਪਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਜੀ। ਪਰ ਜਿਹੜੀ ਇਹ ਤੁਸੀਂ ਦੱਸ ਰਹੇ ਹੋ 143 ਤੁਸੀਂ ਦੱਸ ਰਹੇ ਹੋ ਕਿ ਸਵੇਰ ਦੀ ਲਿਸਟ ਹੈਗੀ ਆ, ਤੇ ਇਹਨਾਂ ਦੇ ਵਿੱਚੋਂ ਕੋਈ ਰਿਹਾਈ ਵੀ ਹੋਈ ਹੈ ਜਾਂ ਫਿਰ ਹਾਲੇ ਤੱਕ ਉਹ ਸਾਰੇ ਗ੍ਰਿਫਤਾਰ ਹੀ ਨੇ? ਇਹ ਵੀ ਕਿਹਾ ਜਾ ਰਿਹਾ ਨਾ ਕਿ ਜੋ ਬਜ਼ੁਰਗ ਸੀਗੇ, 2 ਸਿਆਣੇ ਬਜ਼ੁਰਗ ਸੀਗੇ 80 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ, ਉਹਨਾਂ ਦੀ ਅੱਜ ਰਿਹਾਈ ਹੋ ਚੁੱਕੀ ਆ। ਜਿਹੜੇ 2 ਬਜ਼ੁਰਗ ਨੇ ਅੱਜ ਉਹਨਾਂ ਦੀ ਜਿਹੜੀ ਬੇਲ ਆ ਮਨਜ਼ੂਰ ਹੋ ਗਈ ਆ। ਉਸ ਤੋਂ ਬਾਅਦ ਜਿਹੜਾ ਬੇਲ ਬੌਂਡ ਭਰਿਆ ਜਾਊਗਾ, ਸ਼ਾਮ ਤੱਕ ਉਹਨਾਂ ਦੀ ਰਿਹਾਈ ਹੋਣ ਦੇ ਚਾਂਸ ਹੈਗੇ ਆ। ਤੇ ਜਿਹੜੇ 3 ਨੌਜਵਾਨ ਆ ਉਹਨਾਂ ਦੀ ਕੱਲ ਰਿਹਾਈ ਹੋਈ ਆ, ਜਿਨ੍ਹਾਂ ਦੀ ਬੇਲ ਹੋਈ ਸੀ ਜੀ। ਠੀਕ ਆ। ਤੇ ਨੌਦੀਪ ਕੌਰ ਦਾ ਕੀ ਸਟੇਟਸ ਹੈਗਾ? ਉਹਨਾਂ ਤੇ ਕਿਹਾ ਗਿਆ ਸੀ 3 FIR ਦਰਜ ਨੇ, ਜਿਹੜੀ ਕਿ ਇੱਕ ਤੇ ਕੱਲ ਬੇਲ ਮਿਲ ਗਈ ਸੀ ਤੇ ਬਾਕੀ ਇੱਕ ਤੇ ਰਿਜੈਕਟ ਹੋਈ ਸੀ ਤੇ ਇੱਕ ਹਾਲੇ ਵੀ ਪੈਂਡਿੰਗ ਹੈਗੀ। ਉਹਦਾ ਕੀ ਕੇਸ ਹੈਗਾ? ਵੇਖੋ ਜੀ, ਜਿਹੜੇ ਨਵਦੀਪ ਕੌਰ ਵਾਲਾ ਕੇਸ ਆ, ਉਹ ਜਿਹੜਾ ਹੁਣ ਮੈਂ ਇੱਥੇ ਹਾਈਲਾਈਟ ਤੇ ਉਹ ਹੋ ਗਿਆ ਕਿਸਾਨ ਅੰਦੋਲਨ ਦੇ ਨਾਮ ਦੇ ਉੱਤੇ। ਆ ਬਾਬਾ ਜੀ ਹੁਣਾਂ ਨੇ ਵੀ ਦੱਸਿਆ ਵੀ ਜਿਹੜੀ ਮਤਲਬ ਆ ਧੀਆਂ ਭੈਣਾਂ ਦੀ ਇੱਜ਼ਤ, ਉਹ ਮਨੁੱਖੀ, ਜੇ ਤੇ ਆਪਾਂ ਉਹਨੂੰ ਮਨੁੱਖੀ ਅਧਿਕਾਰਾਂ ਦੇ ਉੱਤੇ ਲੈਂਦੇ ਆ ਫਿਰ ਤੇ ਹੈਗਾ ਉਹ ਬਿਲਕੁਲ ਗਲਤ ਹੈ। ਜਿਹੜਾ ਉਹਨੂੰ ਅਸੀਂ ਕਿਸਾਨ ਸੰਘਰਸ਼ ਦੇ ਨਾਲ ਜੋੜ ਕੇ ਵੇਖਦੇ ਹਾਂ, ਉਹ ਕਿਸਾਨ ਸੰਘਰਸ਼ ਤੋਂ ਇੱਕ ਬਿਲਕੁਲ ਵੱਖਰਾ ਕੇਸ ਆ, ਜਿਹੜਾ ਕਿ 12 ਜਨਵਰੀ ਦਾ ਰਜਿਸਟਰਡ ਹੋਇਆ, ਜਿਹਦੇ ਵਿੱਚ ਉਹਦੀ ਅਰੈਸਟ ਹੋਈ ਆ ਜੀ। ਇਹ ਸਾਰੀਆਂ ਗੱਲਾਂ ਪਹਿਲਾਂ ਆਪਾਂ ਨੂੰ ਸੋਚ ਵਿਚਾਰ ਕੇ ਪੂਰੀ ਉਹਦੀ ਘੋਖ ਕਰਕੇ ਫਿਰ
ਮਤਲਬ ਉਹ ਗੱਲ ਸਾਨੂੰ ਕਰਨੀ ਚਾਹੀਦੀ ਆ, ਕਿਉਂਕਿ ਉਹ ਇੱਕ ਕਿਸਾਨ ਅੰਦੋਲਨ ਤੋਂ ਵੱਖਰਾ ਕੇਸ ਆ ਜਿਹੜਾ ਕਿ ਬਾਅਦ ਵਿੱਚ ਜੋ ਸਾਡੀ ਨੌਲੇਜ ਦੇ ਮੁਤਾਬਕ ਆ। ਠੀਕ ਹੈ। ਸੋ ਭਾਈ ਸਾਹਿਬ ਜੀ, ਭਾਈ ਬਰਜਿੰਦਰ ਸਿੰਘ ਜੀ, ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਅਸੀਂ ਜਿਹੜੀਆਂ ਧੀਆਂ ਭੈਣਾਂ ਦੀ ਗੱਲ ਤੁਸੀਂ ਕੀਤੀ ਸੀਗੀ ਕਿ ਉਹਨਾਂ ਦੀ ਅਸੀਂ ਹੁਣ ਤੱਕ ਜਿਹੜੇ ਸਿੰਘ ਹੁੰਦੇ ਆ ਉਹ ਇੱਜ਼ਤਾਂ ਬਚਾਉਂਦੇ ਰਹੇ ਆ, ਤੇ ਹੁਣ ਅਸੀਂ ਆਪਣੇ ਜ਼ਮੀਨਾਂ ਦੇ ਹੱਕਾਂ ਦੀ ਲੜਾਈ ਦੇ ਚੱਕਰ ਦੇ ਵਿੱਚ ਇਹ ਸਾਰਾ ਕੁਝ ਜਿਹੜੀਆਂ ਜਥੇਬੰਦੀਆਂ ਇੱਕ ਪਾਸੇ ਸਾਈਡ ਤੇ ਉਹਨਾਂ ਨੇ ਰੱਖ ਦਿੱਤਾ ਹੈਗਾ, ਤੇ ਕੀ ਅਸੀਂ ਇਹਦੇ ਲਈ ਜ਼ਿੰਮੇਵਾਰ ਜਥੇਬੰਦੀਆਂ ਨੂੰ ਠਹਿਰਾਵਾਂਗੇ? ਕਿਉਂਕਿ ਤੁਹਾਨੂੰ ਤੁਸੀਂ ਕੀ ਸਮਝਦੇ ਹੋ ਕਿ ਜੇ ਜਥੇਬੰਦੀਆਂ 26 ਜਨਵਰੀ ਤੋਂ ਬਾਅਦ ਇਹ ਕਹਿ ਦਿੰਦੀਆਂ ਕਿ ਜਿੰਨਾ ਚਿਰ ਇਹਨਾਂ ਦੀ ਰਿਹਾਈ ਨਹੀਂ ਹੁੰਦੀ ਉਨੀ ਦੇਰ ਅਸੀਂ ਆਪਣੀ ਗੱਲਬਾਤ ਨਹੀਂ ਕਰਨੀ, ਜਾਂ ਇਹ ਸਾਡੇ ਬੱਚੇ ਨੇ, ਭਾਵੇਂ ਉਹਨਾਂ ਤੋਂ ਗਲਤੀ ਹੋ ਗਈ ਆ ਪਰ ਇਹ ਬੱਚੇ ਸਾਡੇ ਨੇ, ਇਹਨਾਂ ਦੇ ਨਾਲ ਅਸੀਂ ਖੜੇ ਆ, ਤੇ ਫਿਰ ਕੀ ਗ੍ਰਿਫਤਾਰੀਆਂ ਨਹੀਂ ਹੋਣੀਆਂ ਸੀ? ਦੇਖੋ, 25 ਨਵੰਬਰ ਦੀ ਘਟਨਾ ਨੂੰ ਚੇਤੇ ਕਰੋ। ਉਦੋਂ ਵੀ ਕਿਸਾਨ ਜਥੇਬੰਦੀਆਂ ਨੇ ਇੱਕ ਜਾਬਤਾ ਤੇ ਸ਼ਾਂਤੀ ਬਣਾ ਦਾ ਸੁਨੇਹਾ ਦਿੱਤਾ ਸੀ ਵੀ ਜੇਕਰ ਸਾਨੂੰ ਸ਼ੰਭੂ ਬਾਰਡਰ ਤੇ ਰੋਕਿਆ ਜਾਵੇਗਾ, ਖਨੌਰੀ ਬਾਰਡਰ ਤੇ ਰੋਕਿਆ ਜਾਵਾਂਗੇ, ਅਸੀਂ ਬੈਰੀਕੇਡ ਨਹੀਂ ਭੰਨਾ, ਖਰਾਬ ਨਹੀਂ ਕਰਾਂਗੇ। ਉਸ ਵੇਲੇ ਵੀ ਨੌਜਵਾਨ ਕਿਸਾਨਾਂ ਦੇ ਸੁਨੇਹੇ ਤੋਂ ਬਾਹਰ ਜਾ ਕੇ ਬੈਰੀਕੇਡ ਵੀ ਭੰਨੇ, ਵੀ ਹੋਈਆਂ, ਜ਼ਖਮੀ ਵੀ ਹੋਏ, 1-2 ਸਿੰਘ ਸ਼ਹੀਦ ਵੀ ਹੋਏ। ਉਹ ਕਿਸਾਨਾਂ ਦੇ ਵੱਖਰੇ ਜਾ ਕੇ ਕੀਤਾ ਸੀ। ਤੇ ਜੇ ਉਸ ਵੇਲੇ ਕਿਸਾਨਾਂ ਦੇ ਹੁਕਮ ਨੂੰ ਨਾ ਮੰਨ ਕੇ ਬੈਰੀਕੇਡ ਭੰਨੇ ਗਏ ਤੇ ਉਹ ਉਦੋਂ ਚੰਗੇ ਸੀ ਨੌਜਵਾਨ, ਦਿੱਲੀ ਜਾ ਕੇ ਬਿਠਾ ਦਿੱਤਾ। ਤੇ ਜੇ ਅੱਜ ਕਿਸਾਨਾਂ ਨੇ ਕਿਹਾ ਵੀ ਅਸੀਂ ਬੈਰੀਕੇਡ ਨਹੀਂ ਭੰਨਣੇ, ਅਸੀਂ ਸ਼ਾਂਤੀ ਨਾਲ ਜਿਹੜਾ ਇਹ ਰੋਸ ਮਾਰਚ ਕਰਨਾ ਜਾਂ ਪਰੇਡ ਕਰਨੀ ਹੈ, ਜੇ ਅੱਜ ਨੌਜਵਾਨਾਂ ਨੇ ਬੈਰੀਕੇਡ ਭੰਨ ਦਿੱਤੇ ਤੇ ਅੱਜ ਨੌਜਵਾਨ ਕਿਉਂ ਮਾੜੇ ਹੋ ਗਏ? ਸੋਚਣ ਵਾਲੀ ਗੱਲ ਤੇ ਇਹ ਹੈ ਨਾ। ਜੇ ਉਦੋਂ ਤੁਸੀਂ ਸ਼ਾਂਤੀ ਕਹਿੰਦੇ ਸੀ, ਉਦੋਂ ਵੀ ਨੌਜਵਾਨ ਸ਼ਾਂਤੀ ਤੋਂ ਵੱਖਰੇ ਗਏ ਸੀ, ਉਦੋਂ ਸਾਡੇ ਸੀ, ਤੇ ਜੇ ਅੱਜ ਲਾਲ ਕਿਲੇ ਤੇ ਝੰਡਾ ਚਲਾ ਨਿਸ਼ਾਨ ਚਲਾਤਾ ਤੇ ਅੱਜ ਨੌਜਵਾਨ ਸਾਡੇ ਗੱਦਾਰ ਹੋ ਗਏ। ਗ੍ਰਿਫਤਾਰੀਆਂ ਜਿਹੜੀਆਂ ਨੇ, ਮੈਂ ਤੁਹਾਨੂੰ ਫੇਰ ਕਹਿ ਰਿਹਾ, ਜੇ ਅਸੀਂ ਆਪਣੇ ਕਿਸੇ ਲੀਡਰ ਨੂੰ ਚੇਤੇ ਕਰੀਏ ਨਾ, ਤੇ ਅੱਜ ਲੀਡਰਾਂ ਚੋਂ ਲੀਡਰ ਕੇਵਲ ਇੱਕੋ ਹੀ ਚੇਤੇ ਆਉਂਦਾ, ਤੇ ਉਹ 20ਵੀਂ ਸਦੀ ਦਾ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਹੜੇ ਜੁਰਤ ਰੱਖਦੇ ਸੀ ਵੀ ਜੇ ਕੋਈ ਕੰਮ ਵੀ ਕਰਕੇ ਆਉਂਦਾ ਸੀ ਤੇ ਜ਼ਿੰਮੇਵਾਰੀ ਲੈਂਦੇ ਸੀ। ਉਹ ਪਿੱਠ ਦੇ ਪਿੱਛੇ ਨਹੀਂ ਸੀ ਖੜਦੇ, ਉਹ ਅੱਗੇ ਹੋ ਕੇ ਢਾਲ ਬਣ ਕੇ ਖੜਿਆ ਕਰਦੇ ਸੀ, ਤੇ ਨੌਜਵਾਨਾਂ ਵਿੱਚ ਪਿਆਰ ਸੀ, ਜਜ਼ਬਾ ਸੀ, ਤਾਕਤ ਸੀ। ਜੇ ਏਦਾਂ ਹੀ ਗੱਲ ਗ੍ਰਿਫਤਾਰੀਆਂ ਦੀ ਨਹੀਂ, ਗੱਲ ਸੰਘਰਸ਼ ਦੀ ਆ, ਜੇ ਅੱਜ ਇਹਨਾਂ ਨੌਜਵਾਨਾਂ ਪਿੱਛੇ ਸਟੈਂਡ ਨਾ ਲਿਆ ਤੇ ਆਉਣ ਵਾਲੇ 10 ਦਿਨਾਂ ਵਿੱਚ ਤੁਹਾਨੂੰ ਇਸ ਸੰਘਰਸ਼ ਦੀ, ਇਸ ਕਿਸਾਨੀ ਦੀ ਰੂਪਰੇਖਾ ਸਮਝ ਆ ਜਾਣੀ ਆ ਵੀ ਨੌਜਵਾਨਾਂ ਨੇ ਕਿੱਧਰ ਨੂੰ ਤੁਰ ਪੈਣਾ ਹੈ। ਜੇ ਉਸ ਦਿਨ ਕਿਸਾਨ ਜਥੇਬੰਦੀਆਂ ਸਟੈਂਡ ਲੈ ਲੈਂਦੇ ਆ ਵੀ ਨੌਜਵਾਨ ਸਾਡੇ ਨੇ, ਤੇ ਇਹਨਾਂ ਦੇ ਅੰਦਰ ਰੋਸ ਹੈ, ਇਹਨਾਂ ਦੇ ਅੰਦਰ ਦੁੱਖ ਇਸ ਗੱਲ ਦਾ ਵੀ ਅਸੀਂ 2 ਮਿੰਟ ਤੋਂ ਬੈਠੇ ਆ ਤੇ ਇਹਨਾਂ ਨੇ ਇਹ ਕੁਝ ਕੀਤਾ, ਤੇ ਇਸ ਤੋਂ ਵੱਧ ਵੀ ਹੋ ਸਕਦਾ ਹੈ। ਜੇ ਇਹ ਗੱਲ ਕਹਿ ਕੇ ਸਰਕਾਰ ਤੇ ਪ੍ਰੈਸ਼ਰ ਬਣਾਉਂਦੇ ਤੇ ਅੱਜ ਗੱਲ ਕੁਝ ਹੋਰ ਹੁੰਦੀ, ਪਰ ਇਹਨਾਂ ਨੇ ਕਿਨਾਰਾ ਕਰ ਦਿੱਤਾ ਤੇ ਸਰਕਾਰ ਨੂੰ ਸਿੱਧਾ ਰਾਹ ਮਿਲ ਗਿਆ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦਾ। ਇੱਥੇ ਹੀ ਬਸ ਨਹੀਂ, ਜਿਹੜੇ ਟਰੈਕਟਰ ਹੁਣ ਰੈਲੀ ਦੇ ਵਿੱਚ ਗਏ, ਉਹ ਟਰੈਕਟਰਾਂ ਦੇ ਨੰਬਰ ਕੈਮਰਿਆਂ ਚੋਂ ਕੱਢ ਕੇ ਟਰੇਸ ਕਰਕੇ ਘਰ ਦੇ ਵਿੱਚ ਸੰਮਣ ਆ ਰਹੇ ਨੇ ਵੀ ਦਿੱਲੀ ਆਓ। ਕੌਣ ਹੈ ਜ਼ਿੰਮੇਵਾਰ? ਹੁਣ ਕੀ ਇਕੱਲੇ ਟਰੈਕਟਰ ਬੁਲਾਉਣ ਦੀ ਜ਼ਿੰਮੇਵਾਰੀ ਸਾਡੀ ਸੀ? ਉਸ ਤੋਂ ਬਾਅਦ ਇਹਦੇ ਤੇ ਕੌਣ ਸਟੈਂਡ ਲੈ ਰਿਹਾ? ਕੋਈ ਸਟੈਂਡ ਨਹੀਂ ਲੈ ਰਿਹਾ। ਫਿਰ ਗੱਲਾਂ ਸੁਣੋ, ਜੇ ਰਿੰਗ ਰੋਡ ਦੇ ਉੱਪਰ ਇਹਨਾਂ ਨੇ ਸੁਨੇਹਾ ਨਹੀਂ ਦਿੱਤਾ, ਫਿਰ ਜਿਹੜੇ ਇਹਨਾਂ ਦੇ 4-5 ਲੀਡਰ ਜਿਹੜੇ ਸੀ ਉਹ ਬੂੰਦੀ ਦਾਣਾ ਲੈਣ ਗਏ ਸੀ, ਲੱਡੂ ਖਾਣ ਗਏ ਸੀ ਉਸ ਪਾਸੇ, ਜਿਹੜੇ ਕਿਸਾਨ ਨੀ ਲੀਡਰ 5-7 ਗਏ ਸੀਗੇ, ਉਹ ਕਿਉਂ ਚਲੇ ਗਏ ਫਿਰ ਰਿੰਗ ਰੋਡ ਦੇ ਵਾਲੇ ਪਾਸੇ? ਤੇ ਫਿਰ ਜੇ ਉਹ ਗਏ ਜਿਨ੍ਹਾਂ ਵਿੱਚ ਸੁਰਜੀਤ ਫੂਲ ਤੇ ਕਬੀਰ ਸੰਘਾ 2 ਉਹ ਸਸਪੈਂਡ ਕੀਤੇ ਗਏ, 5-6 ਨੇ ਸਸਪੈਂਡ 2 ਕੀਤੇ ਨੇ, ਝੜੂਨੀ ਵੀ ਗਿਆ, ਝੜੂਨੀ ਨੂੰ ਵੀ ਸਸਪੈਂਡ ਕਰਕੇ ਵਿਖਾਓ। ਸੋ ਇਹ ਇੱਕ ਇਹਨਾਂ ਨੇ ਪੋਲੀਟੀਕਲ ਸਿਸਟਮ ਸਿੱਜ ਦਿੱਤਾ ਹੈ, ਇਹਨਾਂ ਨੇ ਵੱਖਰਾ ਔਰਾ ਸਿੱਜ ਦਿੱਤਾ ਹੈ ਵੀ ਇਹ ਹੁਣ ਕੇਵਲ ਕਿਸਾਨੀ ਸੰਘਰਸ਼ ਨਹੀਂ ਰਹਿ ਰਿਹਾ, ਇਹਦੇ ਚ ਮੈਂ ਮੇਰੀ ਦਾ ਜਿਹੜਾ ਗੱਲਬਾਤ ਚੱਲ ਰਿਹਾ। ਦੂਜੀ ਗੱਲ, ਹੁਣ ਇਹ ਪੰਜਾਬ ਦੇ ਵਿੱਚ ਆ ਕੇ ਮਹਾਂ ਪੰਚਾਇਤਾਂ ਕਰ ਰਹੇ ਨੇ, ਇਹਨਾਂ ਨੂੰ ਜੇ ਆ ਮਹਾਂ ਪੰਚਾਇਤ ਗ੍ਰਿਫਤਾਰੀਆਂ ਵਾਸਤੇ ਦਿੱਲੀ ਜਾ ਕੇ ਨਹੀਂ ਹੋ ਸਕਦੀ? ਜੇ ਇਕੱਠ ਜਗਰਾਉਂ ਕੀਤਾ ਜਾ ਸਕਦਾ ਹੈ, ਕਿ ਇਹ ਇਕੱਠ ਦਿੱਲੀ ਨਹੀਂ ਕੀਤਾ ਜਾ ਸਕਦਾ ਨੌਜਵਾਨਾਂ ਨੂੰ ਰਿਹਾ ਕਰਾਉਣ ਵਾਸਤੇ? ਹੁਣ ਤੱਕ ਸਾਰਾ ਪੰਜਾਬ ਤੇ ਦਿੱਲੀ ਬੈਠਾ ਹੈ, ਟਰੈਕਟਰ ਟਰਾਲੀਆਂ ਦਿੱਲੀ ਬੈਠੀਆਂ ਨੇ, ਵਿਖਾਵਾ ਕਿਹਦਾ ਕਰਨਾ ਪੰਜਾਬ ਇਕੱਠ ਕਰਕੇ? ਅਸੀਂ ਸਾਡਾ ਸਾਰਾ ਇਕੱਠ ਤੇ ਦਿੱਲੀ ਹੈ। ਜਿਹੜੇ ਲੋਕ ਨੇ ਦਿੱਲੀ ਜਾ ਰਹੇ ਨੇ, ਲੀਡਰ ਪੰਜਾਬ ਆ ਰਹੇ ਰੈਲੀਆਂ ਕਰਨ ਵਾਸਤੇ, ਇਹ ਕਿੱਧਰ ਦੀ ਸਿਆਣਪ ਹੈ? ਸੋ ਜਿਹੜਾ ਜ਼ੋਰ ਲਾਉਣਾ ਹੈ
ਇਹ ਜ਼ੋਰ ਹੁਣ ਜਿਹੜੇ ਨੌਜਵਾਨ, ਜਿਹੜੇ ਸਾਡੇ ਨੌਜਵਾਨ ਨਹੀਂ ਕਵਾਂਗਾ, ਕਿਸਾਨ ਨੇ ਸਾਡੇ, ਅਸੀਂ ਇੱਕੋ ਨਾਰਾ ਦਿੱਤਾ ਸੀ ਕੱਲ, ਪਹਿਲਾਂ ਕਿਸਾਨ ਰਿਹਾ ਹੋਣਗੇ, ਅਗਲੇ ਫਿਰ ਪੜਾ ਹੋਣਗੇ। ਸੋ ਪਹਿਲਾਂ ਕਿਸਾਨਾਂ ਨੂੰ ਰਿਹਾ ਕਰਾਓ, ਕਾਨੂੰਨਾਂ ਦੀ ਗੱਲ ਬਾਅਦ ਚ ਕਰੋ। ਕਿ ਜਿਹੜੀ ਤੁਸੀਂ ਗੱਲ ਕਹੀ, ਇਨ ਐਡੀਸ਼ਨ ਮੈਂ ਕਹੂੰਗੀ ਕਿ 6 ਫਰਵਰੀ ਨੂੰ ਭਾਰਤ ਜਿਹੜਾ ਸੀ ਸੱਦਾ ਦਿੱਤਾ ਗਿਆ ਸੀ ਬੰਦ ਦਾ 12 ਤੋਂ 3 ਵਜੇ ਤੱਕ, ਉਹ ਵੀ ਦਿੱਲੀ ਦਾ ਨਹੀਂ ਦਿੱਤਾ ਗਿਆ ਸੀ, ਉਹ ਵੀ ਕਿਹਾ ਗਿਆ ਸੀਗਾ ਕਿ ਦਿੱਲੀ ਤੋਂ ਇਲਾਵਾ ਬਾਕੀ ਜਗ੍ਹਾ ਤੇ ਜਿਹੜਾ ਬੰਦ ਹੋਏਗਾ, ਦਿੱਲੀ ਨਹੀਂ ਹੋਏਗਾ। ਸੋ ਭਾਈ ਸਾਹਿਬ ਜੀ, ਭਾਈ ਬਪਲਪ੍ਰੀਤ ਸਿੰਘ ਜੀ, ਤੁਸੀਂ ਇਹ ਜਿਹੜਾ ਜੋ ਗਿਆਨੀ ਜੀ ਨੇ ਗੱਲਬਾਤ ਕਹੀ ਹੈਗੀ, ਇਹਦੇ ਬਾਰੇ ਤੁਹਾਡੇ ਕੀ ਵਿਚਾਰ? ਗੱਲ ਹੁਣ ਫੇਰ ਮੈਂ ਉੱਥੋਂ ਹੀ ਕਰਦਾ ਕਿ ਜਿੱਥੋਂ ਕਿੰਨਾ ਛੱਡੀ ਆ, ਕਿ ਜਿਹੜੇ ਯੂਨੀਅਨ ਦੇ ਆਗੂ ਨੇ ਨਾ, ਉਹ ਉਸ ਨੀਤੀ ਤੇ ਚੱਲ ਰਹੇ ਆ ਕਿ ਸਰਕਾਰ ਤੇ ਕੋਈ ਵੀ ਦਬਾਅ ਨਾ ਬਣਾਇਆ ਜਾਵੇ, ਤੇ ਜੇ ਦਬਾਅ ਨਹੀਂ ਬਣਦਾ ਤੇ ਨਾ ਤੇ ਮੋਰਚਾ ਜਿੱਤਿਆ ਜਾਣਾ ਤੇ ਨਾ ਹੀ ਜਿਹੜਾ ਜ਼ਬਰ ਹੋ ਰਿਹਾ ਉਹ ਰੁਕਣਾ। ਇਹ ਬਿਲਕੁਲ ਜਿੱਥੇ ਰੁਕੇ ਹੋਏ ਆ, ਸਗੋਂ ਉਤੋਂ ਹੋਰ ਪਿਛਾਂਹ ਪੈਰ ਆ ਰਹੇ ਆ। ਕਦੇ ਜਿਹੜੀ ਚੀਜ਼ਾਂ ਦੀ ਨਹੀਂ, ਜਿਹੜੀ ਚੀਜ਼ ਕੀਤੇ ਬਿਨਾਂ ਸਰਦਾ, ਰਾਸ਼ਟਰਵਾਦੀ ਝੰਡੇ ਚਲਾਉਣ ਦੀ ਕੋਈ ਲੋੜ ਨਹੀਂ ਸੀ, ਉੱਥੋਂ ਪ੍ਰੋਗਰਾਮ ਉਦਾਂ ਦੇ ਰਹੇ ਆ ਕਿ ਜਿਹੜੇ ਬੇਤੁਕੇ ਆ। ਜੇ ਹੁਣ ਗੱਲ ਕਰੀਏ, ਤੁਸੀਂ ਭਾਰਤ ਬੰਦ ਦੀ ਕਹੀ ਆ ਤੇ 12 ਤੋਂ 3 ਸੰਕੇਤਕ ਜਿਹਾ ਦਿੱਤਾ, ਪੂਰੇ ਦਿਨ ਨੂੰ ਕੀ ਹੁੰਦਾ, ਕੋਈ ਪਰੇਸ਼ਾਨੀ ਆ? ਜਦੋਂ ਅਸੀਂ ਦਬਾਅ ਦੀ ਗੱਲ ਕਰਨੀ ਆ, ਬੇਸ਼ੱਕ ਜੇ ਲੋਕਾਂ ਦੇ ਵਿੱਚ ਹਲਚਲ ਹੋਊਗੀ, ਲੋਕ ਸਰਕਾਰ ਤੇ ਦਬਾਅ ਬਣਾਉਣਗੇ ਕਿ ਬੰਦ ਕਿਉਂ ਹੋਇਆ, ਪਰ ਫਿਰ ਇਹ ਕੀ ਬਿਲਕੁਲ ਸੰਕੇਤਕ ਜਿਹਾ ਕਿਉਂ ਕਰ ਰਿਹਾ? ਇਹ ਸਵਾਲ ਉੱਠਣੇ ਚਾਹੀਦੇ ਆ ਕਿ ਜੇ ਅਸੀਂ ਇਹਨਾਂ ਨੂੰ ਅੱਜ ਜਵਾਬ ਦੇ ਨਹੀਂ ਬਣਾਵਾਂਗੇ ਤਾਂ ਫਿਰ ਸਾਡੀ ਤਾਂ ਫਿਰ ਖਾਮੋਸ਼ ਸਹਿਮਤੀ ਹੋਊਗੀ ਨਾ। ਹੁਣ ਸੁਣਨ ਵਾਲਿਆਂ ਨੂੰ ਐਂ ਲੱਗਦਾ ਹੋਊਗਾ ਕਿ ਸ਼ਾਇਦ ਇਹ ਯੂਨੀਅਨ ਲੀਡਰਸ ਦੇ ਉਲਟ ਨੇ, ਪਰ ਨਹੀਂ, ਅਸੀਂ ਖੁਦ ਮੋਰਚੇ ਦੀ ਚੜ੍ਹਦੀ ਕਲਾ ਚਾਹੁੰਦੇ ਆ। ਕੁੱਲ ਮਿਲਾ ਕੇ ਜਿਹੜੇ ਯੂਨੀਅਨਸ ਆਗੂਆਂ ਦੇ ਜਿਹੜੇ ਐਕਟ ਨੇ ਨਾ, ਅਸੀਂ ਉਹਨਾਂ ਨੂੰ ਬੜੇ ਨੇੜੋਂ ਵੇਖ ਰਹੇ ਆ। ਇਹਨਾਂ ਨੂੰ ਅਜਿਹਾ ਜ਼ਰੂਰ ਕਰਨਾ ਚਾਹੀਦਾ, ਅਜੇ ਵੀ ਮੋੜਾ ਪਾ ਦੇਣ ਤਾਂ ਗੱਲ ਤੁਰ ਸਕਦੀ ਆ ਕਿ ਜਿਹੜੇ ਆਗੂਆਂ ਨੂੰ ਇਹਨਾਂ ਨੇ ਮਾੜਾ ਕਿਹਾ ਆਪਣੇ ਬੋਲ ਵਾਪਸ ਲੈਣ, ਨੌਜਵਾਨਾਂ ਦੀ ਪੈਰਵਾਈ ਵਾਲੇ ਪਾਸੇ ਗੱਲ ਤੋਰਨ, ਅਤੇ ਜਿਹੜਾ ਦਬਾਅ ਬਣਾਉਣ ਦੀ ਗੱਲ ਜੇ ਚਲਾਉਣ ਤੇ ਫਿਰ ਅਸੀਂ ਇਹਨਾਂ ਦੇ ਬਾਰੇ ਕੁਝ ਨਹੀਂ ਬੋਲਾਂਗੇ, ਅਸੀਂ ਕਹਾਂਗੇ ਚੰਗਾ ਕਰ ਰਹੇ ਆ। ਦੂਸਰੀ ਗੱਲ, ਕਿਵੇਂ ਗੱਲ ਚੱਲੇ, ਇਹ ਜਦੋਂ ਮਰਜ਼ੀ ਥੋਪਦੇ ਆ ਨਾ, ਕਿ ਜਿਵੇਂ ਗੱਲ 26 ਦੀ ਆਈ, ਜਿੱਥੋਂ ਗੱਲ ਜਿਹੜੇ ਇਹਨਾਂ ਦੇ ਅਨੁਸਾਰ ਕਹਿੰਦੇ ਵੀ ਗੱਲ ਵਿਗੜ ਗਈ ਆ ਜੀ, ਲੋਕ ਰਿੰਗ ਰੋਡ ਵਾਲੇ ਪਾਸੇ ਨੂੰ ਕਿਉਂ ਗਏ, ਅਸੀਂ ਤਾਂ ਜੀ ਦੂਜੇ ਪਾਸੇ ਜਾਣਾ ਹੀ। ਇਹਨਾਂ ਨੇ ਕਿਸੇ ਨਾਲ ਸਲਾਹ ਕੀਤੀ ਆ? ਜਿਹੜਾ ਸਾਡਾ ਇੱਕ ਜਿਹੜੇ ਖਿੱਤੇ ਦੇ ਆਪਾਂ ਵਾਸੀ ਆ, ਉੱਥੇ ਸਿੱਖੀ ਪ੍ਰਫੁੱਲਤ ਹੋਈ, ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਸਾਡੇ ਝੰਡੇ ਝੁੱਲ ਰਹੇ ਆ, ਸੋ ਲੋ ਲੰਗਰ ਤਪ ਰਹੇ ਆ, ਮਹਾਰਾਜ ਦੀ ਬਖਸ਼ਿਸ਼ ਸਾਰੇ ਪਾਸੇ ਵਰਤ ਰਹੀ ਆ। ਹੁਣ ਗੱਲ ਇਹ ਆਈ ਕਿ ਜਦੋਂ ਇਹਨਾਂ ਨੇ ਕਈ ਦਿਨ ਤਾਂ ਲੋਕਾਂ ਨੂੰ ਦੱਸਿਆ ਕੁਛ ਨਹੀਂ, ਲੋਕਾਂ ਦਾ ਦਬਾਅ ਵੱਧਦਾ ਗਿਆ, ਫਿਰ ਇਹਨਾਂ ਨੇ ਆਪਣੀ ਜਿਹੜੀ ਗੱਲ ਕਹੀ ਉਸ ਤੇ ਬਜਿੱਦ ਹੋ ਗਏ ਕਿ ਅਸੀਂ ਉੱਧਰ ਜਾਣਾ ਹੀ ਨਹੀਂਗਾ। ਚਾਹੀਦਾ ਤਾਂ ਇਹ ਸੀ ਕਿ ਉਹ ਸਟੇਜ ਜਿਹੜੀ ਆ ਸੰਯੁਕਤ ਮੋਰਚੇ ਦੀ, ਉਹ ਇੱਕ ਤਰ੍ਹਾਂ ਦਾ ਸਾਂਝੀ ਥਾਂ ਵਾ, ਉੱਥੇ ਲੋਕਾਂ ਨੂੰ ਬੁਲਾਇਆ ਜਾਂਦਾ, ਪੁੱਛਿਆ ਜਾਂਦਾ ਵੀ ਹਾਂਜੀ ਰਿੰਗ ਰੋਡ ਵਾਲੇ ਪਾਸੇ ਜਾਣਾ ਕਿ ਦੂਜੇ ਪਾਸੇ ਜਾਣਾ, ਤੇ ਲੋਕ ਹੱਥ ਖੜਾ ਕਰਦੇ, ਜੋ ਲੋਕ ਕਹਿੰਦੇ ਉਸ ਹਿਸਾਬ ਨਾਲ ਚੱਲਦੇ। ਅੱਜ ਵੀ ਜੇ ਸਹੀ ਤਰੀਕੇ ਨਾਲ ਇਹਨਾਂ ਨੇ ਮੂਵਮੈਂਟ ਚਲਾਉਣੀ ਹੋਵੇ ਤਾਂ ਲੋਕਾਂ ਨੂੰ ਪੁੱਛਣ ਕਿ ਜਿਹੜੇ ਨੌਜਵਾਨੀ ਗ੍ਰਿਫਤਾਰ ਕੀਤੀ ਗਈ ਆ, ਸਾਡੇ ਕਿਸਾਨਾਂ ਦੇ ਉੱਤੇ ਜਿਹੜੇ ਮੁਕੱਦਮੇ ਹੋ ਰਹੇ ਆ, ਸਾਡੇ ਜਿਹੜੇ ਸਾਧਨ ਵਰਤੇ ਗਏ, ਚਾਹੇ ਉਹ ਟਰੈਕਟਰ ਹੋਣ ਜਾਂ ਹੋਰ ਸਾਧਨ, ਉਹਨਾਂ ਨੂੰ ਸਮਨ ਆ ਰਹੇ ਆ ਘਰੋਂ ਘਰ, ਤੇ ਕੀ ਸਾਨੂੰ ਉਹਨਾਂ ਦੀ ਪੈਰਵਾਈ ਕਰਨੀ ਚਾਹੀਦੀ ਆ? ਤੇ ਲੋਕ ਜੋ ਕਹਿਣ ਉਹਦੇ ਅਨੁਸਾਰ ਚੱਲਣ, ਤੇ ਫਿਰ ਤਾਂ ਇਹਨਾਂ ਖਿਲਾਫ ਕੋਈ ਨਹੀਂ ਬੋਲੂਗਾ। ਇਹ ਬਿਲਕੁਲ ਆਪਣੀ ਮਰਜ਼ੀ ਥੋਪ ਰਹੇ ਆ। ਇਸ ਮਰਜ਼ੀ ਨੇ ਸੰਘਰਸ਼ ਨੂੰ ਫੇਲ ਕਰਨਾ, ਅੱਜ ਕਰਾ ਦੇਣ ਜਾਂ ਕੱਲ ਕਰਾ ਦੇਣ, ਇਹ ਬਹੁਤਾ ਹੁਣ ਦੂਰ ਨਹੀਂਗਾ। ਜੇ ਇਹ ਵਾਪਸ ਨਹੀਂ ਪਰਤਦੇ ਤੇ ਗੱਲ ਇਹ ਹਾਰ ਵਾਲੇ ਪਾਸੇ ਨੂੰ ਤੁਰ ਪਈ ਆ। ਸਾਨੂੰ ਇਹ ਗੱਲ ਬੜੇ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਜੀ। ਬਹੁਤ ਵਧੀਆ। ਤੇ ਨਾਲ ਦੀ ਨਾਲ ਸਾਡੇ ਜਿਹੜੇ ਐਡਵੋਕੇਟ ਜਗਜੀਤ ਸਿੰਘ ਜੀ, ਉਹਨਾਂ ਨੂੰ ਮੈਂ ਪੁੱਛਣਾ ਚਾਹੂੰਗੀ ਕਿ ਜਿਹੜੇ ਅਸੀਂ ਗੱਲ ਕਰ ਰਹੇ ਹਾਂ ਕਿ ਜਦੋਂ ਤੋਂ ਅਸੀਂ, ਫਿਰ ਮੈਂ ਉਸੇ ਸਵਾਲ ਤੇ ਆਉਂਗੀ ਕਿ ਗ੍ਰਿਫਤਾਰੀਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬਹੁਤ ਸਾਰੀਆਂ ਜਥੇਬੰਦੀਆਂ ਤੇ ਬਹੁਤ ਸਾਰੇ ਜਿਹੜੇ ਕੀ ਕਹਿ ਸਕਦੇ ਲੀਗਲ ਵਿੰਗ ਤੇ ਜਿਹੜੇ ਕਿ ਸਿੱਖ ਲੀਗਲ ਵਿੰਗ ਹੋ ਗਿਆ, ਜਾਂ ਬਹੁਤ ਸਾਰੇ ਵਕੀਲ ਇਸ ਗੱਲ ਦੀ ਉਹਨਾਂ ਨੇ ਗਵਾਹੀ ਕੀਤੀ ਕਿ ਹਾਂ ਅਸੀਂ ਇਹਨਾਂ ਦਾ ਕੇਸ ਲੜਾਂਗੇ, ਕਿ ਵਾਕਈ ਹੀ ਉਹਨਾਂ ਵੱਲੋਂ ਕੇਸ ਲੜੇ ਜਾ ਰਹੇ ਆ ਜਾਂ ਫਿਰ ਸਿਰਫ ਗੱਲਾਂ ਬਾਤਾਂ ਹੀ ਹੋ ਰਹੀਆਂ, ਤੇ ਕੁਝ ਜਥੇਬੰਦੀਆਂ ਜਾਂ ਕੁਝ ਵਕੀਲ ਜਿਹੜੇ ਕਿ ਅੱਗੇ ਆ ਰਹੇ ਨੇ। ਸੋ ਇਹ ਸਾਰਾ ਕੀ ਘਟਨਾਕ੍ਰਮ ਵਰਤ ਰਿਹਾ, ਕਲੈਰਿਟੀ ਨਹੀਂ ਹੈਗੀ ਇਸ ਗੱਲ ਦੀ ਕਿ ਕੌਣ ਕੇਸ ਲੜ ਰਿਹਾ ਹੈਗਾ ਤੇ ਕਿਹਦਾ ਕੇਸ ਜਿਹੜਾ ਹੈਗਾ ਕਿ ਉਹ ਸਫਲ ਹੋ ਰਿਹਾ ਹੈਗਾ, ਜਾਂ ਸਿਰਫ ਇਹ ਸਿਰਫ ਗੱਲਬਾਤ ਹੀ ਹੋ ਰਹੀ ਆ। ਸੋ ਐਡਵੋਕੇਟ ਜਗਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਜੀ, ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਬਿਲਕੁਲ ਸਹੀ ਗੱਲ ਆ। ਤੇ ਸਭ ਜਥੇਬੰਦੀਆਂ ਨੇ ਜਿਹੜੇ ਆਪੋ ਆਪਣੇ ਅਨਾਉਂਸ ਕਰ ਦਿੱਤੇ। ਕਿਸੇ ਨੇ ਕਿਹਾ ਜੀ ਮੇਰਾ 100 ਵਕੀਲ ਜਾਊਗਾ, ਕਿਸੇ ਨੇ ਕਿਹਾ 70 ਜਾਣਗੇ, ਕਿਸੇ ਨੇ ਕਿਹਾ 50 ਜਾਣਗੇ।
ਹੁਣ ਸਥਿਤੀ ਇਹ ਬਣ ਗਈ ਆ, ਅਜੇ ਤੱਕ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਨੂੰ ਇਹ ਕਲੀਅਰ ਨਹੀਂ ਹੋਇਆ ਕਿ 26 ਤੋਂ ਲੈ ਕੇ 31 ਤੱਕ ਟੋਟਲ FIR ਕਿੰਨੀਆਂ ਜਿਹੜੀਆਂ ਰਜਿਸਟਰਡ ਹੋਈਆਂ ਨੇ ਤੇ ਉਹਦੇ ਚ ਕਿੰਨੇ ਬੰਦੇ ਜਿਹੜੇ ਨਾਮਜ਼ਦ ਹੋਏ ਨੇ। ਅਜੇ ਤੱਕ ਇਹ ਹੀ ਇਹਨਾਂ ਨੂੰ ਕਲੀਅਰ ਨਹੀਂ ਜਿਹੜਾ ਹੋ ਰਿਹਾ, ਤੇ ਸਾਰੇ ਆਪੋ ਆਪਣੀ ਵੱਖੋ ਵੱਖ ਡਫਲੀ ਜਿਹੜੇ ਆ ਵਜਾ ਰਹੇ ਆ। ਕੋਈ ਕਿਸੇ ਦਾ ਆਪਸ ਦੇ ਵਿੱਚ ਟਾਈ ਅਪ ਆ, ਜਿਹੜਾ ਕੋਈ ਕਹਿੰਦਾ ਵਾ ਵੀ ਮੈਂ ਇੰਨੇ ਕੇਸ ਲੜ ਰਿਹਾ, ਮੇਰੇ ਕੋਲ ਇੰਨੇ ਵਕਾਲਤਨਾਮੇ ਆ ਗਏ, ਦੂਜਾ ਕਹਿੰਦਾ ਮੇਰੇ ਕੋਲ ਇੰਨੇ ਆ ਗਏ, ਤੀਜਾ ਜਾਣੀ ਕਿ ਇੱਕ ਬੰਦੇ ਦਾ ਕੇਸ ਲੜਨ ਵਾਸਤੇ ਵੀ ਅੱਜ ਮੈਨੂੰ ਪਤਾ ਲੱਗਾ ਵੀ ਇੱਕ ਬੰਦੇ ਦਾ ਕੇਸ ਆ, ਉੱਥੇ ਤਿਹਾੜ ਜੇਲ੍ਹ ਦੇ ਵਿੱਚ ਵਕੀਲ ਗਏ ਉਹਦੀ ਮੁਲਾਕਾਤ ਕਰਦੇ, ਉਹ ਦੂਜਾ ਕਹਿੰਦਾ ਇਹਦਾ ਕੇਸ ਮੈਂ ਲੈ ਕੇ ਆਇਆ, ਦੂਜਾ ਕਹਿੰਦਾ ਮੈਂ ਲੈ ਕੇ ਆਇਆ। ਆਹ ਹਾਲਤ ਜਿਹੜੀ ਆ ਸਾਡੇ ਜਥੇਬੰਦੀਆਂ ਦੀ ਤੇ ਜਿਹੜੇ ਆਪਣੀ ਆਪਣੀ ਦਖਲੀ ਵਜਾਉਣ ਵਾਲਿਆਂ ਦੀ ਸਾਰਿਆਂ ਦੀ ਹੋਈ ਪਈ ਆ। ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਕੋਈ ਵੀ ਰਾਬਤਾ ਨਹੀਂ ਹੈਗਾ ਵੀ ਇਹ ਕੋਈ ਆਪਸ ਦੇ ਵਿੱਚ ਗੱਲਬਾਤ ਕਰਕੇ ਉਹ ਡਿਸਾਈਡ ਕਰ ਲੈਣ ਵੀ ਆਹ ਜਿਹੜੇ ਕੇਸ ਆ ਇਹ ਤੁਹਾਨੂੰ ਲਾਗੇ ਪੈਂਦੇ ਆ, ਤੁਸੀਂ ਲੜ ਲਓ, ਇੱਧਰਲੇ ਅਸੀਂ ਲੜ ਲੈਂਦੇ ਆ, ਇਹਨਾਂ ਪਰਿਵਾਰਾਂ ਨਾਲ ਤੁਸੀਂ ਸੰਪਰਕ ਕਰ ਲਓ। ਜਿਹੜੇ ਲੋਕਾਂ ਨੂੰ ਨੋਟਿਸ ਆ ਰਹੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਕਿੱਥੇ ਜਾਣਾ ਵਾ, ਕੀ ਕਰਨਾ ਵਾ। ਉਹ ਦੋਹਰੀ ਲੁੱਟ ਖਸੁੱਟ ਦਾ ਜਿਹੜਾ ਵਾ ਸ਼ਿਕਾਰ ਹੋ ਰਹੇ ਆ। ਇੱਕ ਤੇ ਉਹ ਪੁਲਿਸ ਤੋਂ ਡਰਦੇ ਉਧਰਲੇ ਪਾਸੇ ਵੀ ਪੈਸਾ ਜਿਹੜਾ ਰਹੇ ਆ, ਦੂਜੇ ਪਾਸੇ ਉਹ ਆਪਣੇ ਪ੍ਰਾਈਵੇਟ ਵਕੀਲ ਕਰਕੇ ਉਹਨਾਂ ਨੂੰ ਫੀਸਾਂ ਦੇ ਰਹੇ ਆ। ਜਿਹੜੀਆਂ ਜਥੇਬੰਦੀਆਂ ਦੇ ਵਕੀਲ ਆ ਉਹਨਾਂ ਦੇ ਨਾਲ ਵੀ ਉਹ ਰਾਬਤਾ ਉਹ ਚਾਰ ਸਪੇਰੇ ਵਿਚਾਰੇ ਦੌੜੇ ਫਿਰਦੇ ਆ। ਅੱਜ ਤੇ ਇੱਥੇ ਸਾਨੂੰ ਅੱਜ ਇਹੋ ਜਿਹਾ ਵੀ ਵੇਖਣ ਨੂੰ ਮਿਲਿਆ ਕਿ ਜਿਹੜੇ ਵਿਚਾਰੇ ਦਿੱਲੀ ਦੇ ਵਿੱਚ ਲੋਕ ਉਹ ਆਮ ਹੀ ਉਸ ਟਾਈਮ ਉਹ ਪ੍ਰੋਟੈਸਟ ਦੇ ਵਿੱਚ ਫਸ ਗਏ, ਉਹਨਾਂ ਦੇ ਗੱਡੀਆਂ ਦੇ ਨੰਬਰ ਆ ਗਏ, ਉਹਨਾਂ ਨੂੰ ਵੀ ਨੋਟਿਸ ਆ ਰਹੇ ਆ। ਉਹ ਵਾਧੂ ਖੱਜਲ ਖੁਆਰੀ ਦਾ ਜਿਹੜਾ ਵਾ ਉਹ ਉਹਨਾਂ ਦਾ ਸਿਲਸਿਲਾ ਚੱਲ ਰਿਹਾ ਵਾ। ਇਹ ਸਾਰੇ ਪਾਸਿਓਂ ਜਿਹੜੀ ਆ ਇਹ ਸਭ ਲੁੱਟ ਖਸੁੱਟ ਹੋ ਰਹੀ ਆ ਤੇ ਜਥੇਬੰਦੀਆਂ ਦਾ ਆਪਸ ਦੇ ਵਿੱਚ ਕੋਈ ਤਾਲਮੇਲ ਨਹੀਂ। ਤੇ ਕੀ ਲੱਗਦਾ ਹੈਗਾ ਕੀ ਹੱਲ ਹੋ ਸਕਦਾ ਇਹਦਾ ਵੀ ਜੇ ਲੋਕ ਹੁਣ ਸਮਝਣ, ਜਿਹੜੇ ਹੁਣ ਇੱਥੇ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਬਹੁਤ ਹੀ ਫਿਕਰਮੰਦ ਨੇ ਆਪਣਿਆਂ ਨੂੰ ਲੈ ਕੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈਗਾ ਕਿ ਜਿਹੜੇ ਸਾਡੇ ਆਪਣੇ ਜਾਂ ਜੋ ਧਰਨੇ ਦੇ ਵਿੱਚ ਪਹੁੰਚੇ ਨੇ ਜਾਂ ਉੱਥੇ ਬੈਠੇ ਨੇ ਜਾਂ ਜਿਹੜੇ ਵਾਪਸ ਘਰਾਂ ਨੂੰ ਵੀ ਮੁੜ ਗਏ ਨੇ, ਉਹਨਾਂ ਨੂੰ ਨੋਟਿਸ ਆ ਰਹੇ ਨੇ ਜਾਂ ਨਹੀਂ ਆਏ, ਉਹਨਾਂ ਨੂੰ ਡਰ ਹੈਗਾ ਕਿ ਆ ਨਾ ਜਾਵੇ, ਫਿਰ ਉਹਨਾਂ ਦੇ ਲਈ ਕੀ ਹੱਲ ਹੈਗਾ, ਕੀ ਕਰਨ ਉਹ? ਦੇਖੋ ਹੱਲ ਤੇ ਜਿਹੜਾ ਹੈਗਾ ਇਹਦਾ ਸਭ ਤੋਂ ਵੱਡਾ ਹੱਲ ਹੈਗਾ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਪਾਉਣ। ਜਿਹੜੀਆਂ ਕਿਸਾਨ ਜਥੇਬੰਦੀਆਂ ਆਪਣਾ ਜਿਹੜਾ ਹੱਥਿਆ ਪਿੱਛੇ ਖਿੱਚ ਗਈਆਂ ਉਹਨਾਂ ਨੂੰ ਚਾਹੀਦਾ ਹੈ ਵੀ ਇਹ ਸਾਰਾ ਐਕਸੈਪਟ ਕਰਦੇ ਤੇ ਇਹ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਬਣਾਉਂਦੇ। ਜਿਹੜੇ ਅੱਗੇ ਵੀ ਕਈ ਪ੍ਰੋਟੈਸਟ ਹੋਏ ਆ ਜਿਹਦੇ ਵਿੱਚ ਕੇਸ ਰਜਿਸਟਰਡ ਹੁੰਦੇ ਰਹੇ ਆ ਤੇ ਉਹ ਪ੍ਰੈਸ਼ਰ ਦੇ ਨਾਲ ਕੇਸ ਵਾਪਸ ਵੀ ਹੁੰਦੇ ਰਹੇ ਆ। ਜੇ ਇਸੇ ਤਰ੍ਹਾਂ ਹੀ ਇਹ ਇਕੱਲੇ ਲੜਦੇ ਰਹੇ ਇਹਦਾ ਕੋਈ ਹੱਲ ਨਹੀਂ ਹੈ। ਇਹ ਲੋਕਾਂ ਨੂੰ ਖੱਜਲ ਖਰਾਬ ਕਰਨ ਵਾਲੀ ਗੱਲ ਹੈ। ਜਿਨ੍ਹਾਂ ਦੇ ਉੱਤੇ ਕੇਸ ਰਜਿਸਟਰਡ ਹੋ ਗਏ ਉਹ ਵਿਚਾਰਾ ਕੋਈ ਹੁਣ ਪੰਜਾਬ ਤੋਂ ਦਿੱਲੀ ਆਊਗਾ, ਅੱਗੇ ਆਣ ਕੇ ਵਕੀਲ ਕਰੂਗਾ, ਬੇਸ਼ੱਕ ਉਹਨੂੰ ਜਥੇਬੰਦੀਆਂ ਵਕੀਲ ਪ੍ਰੋਵਾਈਡ ਵੀ ਕਰਾ ਦੇਣਗੀਆਂ। ਉਹ ਸਿਰਫ ਜਿਹੜੀਆਂ ਹੁਣ ਵਕੀਲ ਵੀ ਲੱਗੇ ਹੋਏ ਸਿਰਫ ਬੇਲਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਆ, ਕਿਉਂਕਿ ਉਹਨਾਂ ਅੱਗੋਂ ਪੂਰੀ ਰਣਨੀਤੀ ਨਹੀਂ ਬਣਾ ਰਹੇ ਵੀ ਇਹ ਕੇਸ ਦੇ ਵਿੱਚੋਂ ਅੱਗੇ ਜਾ ਕੇ ਕੀ ਨਿਕਲਣਾ ਵਾ ਤੇ ਕੀ ਹੋਣਾ ਵਾ। ਉਹਨਾਂ ਦਾ ਸਿਰਫ ਜਿਹੜੇ ਅਰੈਸਟ ਬੰਦੇ ਹੋਏ ਆ ਉਹਨਾਂ ਨੂੰ ਰਿਲੀਜ਼ ਕਰਾਉਣ ਤੱਕ ਹੀ ਮਕਸਦ ਰਹਿ ਗਿਆ। ਠੀਕ ਹੈ। ਸੋ ਭਾਈ ਗਿਆਨੀ ਜੀ ਤੁਹਾਨੂੰ ਮੈਂ ਪੁੱਛਣਾ ਚਾਹੂੰਗੀ, ਜਿਵੇਂ ਐਡਵੋਕੇਟ ਸਾਹਿਬ ਨੇ ਕਿਹਾ ਹੈਗਾ ਕਿ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਮਾਹੌਲ ਬਣਿਆ ਹੋਇਆ, ਲੋਕਾਂ ਦੇ ਵਿੱਚ ਡਰ ਵੀ ਹੈਗਾ ਇਸ ਗੱਲ ਦਾ ਕਿ ਹਰ ਕੋਈ ਆਪਣੇ ਪਰਿਵਾਰ ਦੇ ਲਈ ਫਿਕਰਮੰਦ ਵੀ ਹੈਗਾ, ਭਾਵੇਂ ਉਹ ਆਪਣੀ ਹੱਕਾਂ ਦੀ ਲੜਾਈ ਹੀ ਲੜ ਰਹੇ ਨੇ। ਕਿਸੇ ਕੋਲ 2 ਏਕੜ ਜ਼ਮੀਨ ਹੈਗੀ, ਕਿਸੇ ਕੋਲ 5 ਏਕੜ ਹੈਗੀ, ਪਰ ਬਹੁਤ ਜ਼ਿਆਦਾ ਕਰਜ਼ੇ ਵੀ ਨੇ। ਭਾਵੇਂ ਕਿਸੇ ਕੋਲ 15 ਏਕੜ ਵੀ ਹੈਗੀ ਤਾਂ ਵੀ ਉਹ ਇਸ ਅੰਦੋਲਨ ਦੇ ਵਿੱਚ ਆਪਣਾ ਸਾਥ ਦੇ ਰਹੇ ਸੀਗੇ, ਹੁਣ ਤੱਕ ਡਟੇ ਹੋਏ ਸੀਗੇ। ਕਿ ਉਹਨਾਂ ਨੂੰ ਖਦੇੜਨ ਦੀ ਉੱਥੋਂ ਜਾਂ ਫਿਰ ਇਸ ਅੰਦੋਲਨ ਨੂੰ ਫੇਲ ਕਰਨ ਦੀ ਤਿਆਰੀ ਜਿਹੜੀ ਗਵਰਨਮੈਂਟ ਨੇ ਕੀਤੀ ਹੋਈ ਆ ਉਸ ਦੇ ਵਿੱਚ ਉਹ ਸਫਲ ਹੋ ਸਕਦੀ ਹੈ ਇਹਨਾਂ ਕੇਸਿਸ ਕਰਕੇ, ਜਾਂ ਇਹਨਾਂ ਲੋਕਾਂ ਨੂੰ ਜਿਵੇਂ ਡਰਾ ਕੇ ਜਾਂ ਕਿਸੇ ਤਰੀਕੇ ਜਿਹੜੇ ਉਹ ਉਹਨਾਂ ਨੂੰ ਕਹਿ ਕੇ ਕਿ ਹਾਂ ਤੁਹਾਨੂੰ ਅਸੀਂ ਗ੍ਰਿਫਤਾਰ ਕਰ ਲੈਣਾ ਹੈਗਾ, ਤੁਸੀਂ ਇਸ ਅੰਦੋਲਨ ਦੇ ਵਿੱਚ ਗਏ ਹੋ, ਕੀ ਲੱਗਦਾ ਹੈਗਾ ਤੁਹਾਨੂੰ ਕੀ ਹੋ ਸਕਦਾ? ਦੇਖੋ ਇਸ ਸਮੇਂ ਜਿਹੜੇ ਸਾਡੇ ਪੰਜਾਬ ਦੇ ਜਿਹੜੇ ਨੌਜਵਾਨਾਂ ਦੀ, ਪਰਿਵਾਰਾਂ ਦੀ, ਇੱਥੋਂ ਤੱਕ ਕਿ ਮਾਵਾਂ ਦੀਆਂ ਵੀ ਜਿਹੜੀ ਮਾਨਸਿਕਤਾ ਹੈ ਉਹ ਪੁੱਤਰੋ ਘਬਰਾਓ, ਉੱਥੇ ਜਾਓ, ਉਹ ਸੰਘਰਸ਼ ਨੂੰ। ਇਹ ਸਾਡੀਆਂ ਤੋਂ ਵੱਧ ਮਾਵਾਂ ਦਾ, ਭੈਣਾਂ ਦਾ ਇਹ ਕਹਿਣਾ। ਤੇ ਦੂਜੀ ਗੱਲ ਜਿਹੜੀ ਸੰਘਰਸ਼ ਦੀ ਗੱਲ ਕਰਦੇ ਆ, ਇਹ ਸੰਘਰਸ਼ ਅਕਾਲ ਪੁਰਖ ਪਰਮੇਸ਼ਰ ਦੇ ਆਸਰੇ ਚੱਲ ਰਿਹਾ ਹੁਣ ਤੱਕ। ਜੇ ਇਹ ਸੰਘਰਸ਼ ਜਿਹੜਾ
ਵਾਲਿਆਂ ਦੇ ਹੱਥਾਂ ਵਿੱਚ ਆ, ਨਾ ਕਿ ਸਟੇਜਾਂ ਵਾਲਿਆਂ ਦੇ ਹੱਥਾਂ ਵਿੱਚ। ਜੇ ਸਟੇਜਾਂ ਵਾਲਿਆਂ ਦੇ ਹੱਥਾਂ ਵਿੱਚ ਹੁੰਦਾ ਤੇ ਘਰ ਬੈਠ ਕੇ ਇਹ ਆਪਣਾ ਆਨੰਦ ਮਾਣਦੇ ਹੁੰਦੇ। ਜਿਹੜੀ ਗੱਲ ਏਕੇ ਦੀ ਕੀਤੀ ਜਾ ਰਹੀ ਹੈ, ਮੈਂ ਇੱਥੇ ਗੱਲ ਕਹਿਣੀ ਚਾਹਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਦੁਆਰਾ, ਵੀਰ ਪੱਪਲਪ੍ਰੀਤ ਸਿੰਘ ਜੀ ਵੀ ਤੁਸੀਂ ਵੀ ਇਹਦੇ ਤੇ ਸੁਝਾਅ ਜ਼ਰੂਰ ਦਿਓ ਵੀ ਗਾਜ਼ੀਪੁਰ ਸਟੇਜ ਲੱਗੀ ਹੋਈ ਹੈ ਤਾਂ ਉਹ ਵੀ ਕਿਸਾਨੀ ਅੰਦੋਲਨ, ਕਿਸਾਨੀ ਕਰਕੇ ਬੈਠੇ ਨੇ, ਉਹਨਾਂ ਦੀ ਸੋਚ ਵੱਖਰੀ ਹੈ। ਜਿਹੜੇ ਟਿੱਕਰੀ ਬਾਰਡਰ ਤੇ ਬੈਠੇ ਨੇ ਉਹ ਵੀ ਤਿੰਨੇ ਕਾਨੂੰਨ ਬਦਲਣ ਗਏ ਨੇ, ਉਹਨਾਂ ਦੀ ਸੋਚ ਵੱਖਰੀ ਹੈ। ਜਿਹੜੇ ਪੰਧੇਰ ਹਰੀ ਜਿਹਨੂੰ ਮਾਝੇ ਵਾਲੇ ਕਹਿ ਕੇ ਇਹ ਸੰਯੁਕਤ ਮੋਰਚੇ ਵਾਲੇ ਭੰਡ ਰਹੇ ਨੇ, ਤੇ ਉੱਥੇ ਮਾਲਵੇ ਵਾਲੇ ਵੀ ਬੈਠੇ ਨੇ, ਉੱਥੇ ਦੁਆਬੇ ਵਾਲੇ ਵੀ ਬੈਠੇ ਟਰਾਲੀਆਂ ਲੈ ਕੇ, ਤੇ ਉਹਨਾਂ ਦੀ ਸੋਚ ਵੱਖਰੀ ਹੈ। ਬਾਰਡਰ ਤੇ ਜਿਹੜੇ ਬੈਠੇ ਨੇ ਸੰਯੁਕਤ ਮੋਰਚੇ ਵਾਲੇ, ਇਹਨਾਂ ਦੀ ਸੋਚ ਵੱਖਰੀ ਹੈ। ਹੁਣ ਇਹ 4 ਸਟੇਜਾਂ ਨੇ ਕਿਸਾਨੀ ਦੀਆਂ, ਇਹਨਾਂ ਦਾ ਆਪਸ ਵਿੱਚ ਤਾਲਮੇਲ ਨਹੀਂ ਹੈ, ਆਪਸ ਵਿੱਚ ਹੀ ਏਕਾ ਨਹੀਂ ਹੈ। ਤੇ ਦੀਪ ਸਿੱਧੂ ਦੇ ਨਾਂ ਦਾ ਸਾਬਣ ਲੈ ਕੇ ਤੇ ਲੱਖੇ ਸਿਧਾਣੇ ਦੇ ਨਾਂ ਦਾ ਸਾਬਣ ਲੈ ਕੇ ਇਹ ਆਪਣੇ ਪਾਪ ਕਹਿਣ ਜੇ ਧੋ ਲਈਏ ਤੇ ਧੋਤੇ ਨਹੀਂ ਜਾਣੇ। ਏਕਾ ਪੈਦਾ ਇਹਨਾਂ ਨੂੰ ਆਪਸ ਵਿੱਚ ਕਰਨਾ ਪੈਣਾ। ਜਿਵੇਂ ਵਕੀਲ ਸਾਹਿਬ ਨੇ ਕਿੰਨੀ ਵਧੀਆ ਗੱਲ ਕੀਤੀ ਹੈ, ਉਹਦੇ ਸੱਚਾਈ ਹੈ ਵੀ ਉਹ ਕੋਈ ਉਧਰੋਂ ਵਕੀਲ ਦੌੜਿਆ ਫਿਰਦਾ, ਕੋਈ ਉਧਰੋਂ ਦੌੜਿਆ ਫਿਰਦਾ। ਉਹ ਗੱਲ ਵੀ ਆ ਗਈ ਵੀ ਪਰਾਉਣੇ ਵੱਧ ਇਕੱਠੇ ਹੋ ਗਏ ਤੇ ਕਮਲ ਹੀ ਘੋਟਿਆ ਜਾਣਾ। ਸੋ ਇਹ ਹਾਲਾਤ ਬਣੇ ਹੋਏ ਨੇ। ਪਹਿਲਾਂ ਸਟੇਜਾਂ ਏਕਾ ਕਰਨ, ਫੇਰ ਜਾ ਕੇ ਸੰਘਰਸ਼ ਦੀ ਰੂਪਰੇਖਾ ਬਣੇਗੀ। ਔਰ ਦੂਜੀ ਗੱਲ, ਹੁਣ ਤੱਕ ਦਾ ਸੋਹਣੀ ਗੱਲ ਕੀਤੀ ਵੀ ਸਰਕਾਰ ਤੇ ਪ੍ਰੈਸ਼ਰ ਬਣਾਇਆ ਜਾਵੇ। ਪ੍ਰੈਸ਼ਰ ਬਣਿਆ ਪਤਾ ਕਿਹੜਾ? ਭੁੱਖੇ ਰਹਿ ਕੇ ਵਰਤ ਰੱਖੋ। ਪ੍ਰੈਸ਼ਰ ਬਣਿਆ ਥਾਲੀਆਂ ਖੜਕਾ ਕੇ ਆਹ ਪ੍ਰੈਸ਼ਰ ਬਣਾਇਆ ਹੁਣ ਤੱਕ ਇਹਨਾਂ ਨੇ ਵੀ। ਮਹਿਲਾ ਦਿਵਸ ਮਨਾ ਲਓ, ਸਰ ਛੋਟੂ ਰਾਮ ਦਿਵਸ ਮਨਾ ਲਓ, ਇਹ ਫਲਾਣਾ ਦਿਵਸ ਮਨਾ ਲਓ। ਆਹ ਸਰਕਾਰ ਤੇ ਪ੍ਰੈਸ਼ਰ ਬਣਾ ਰਿਹਾ। ਦਿੱਲੀ ਦੇ ਉੱਪਰ ਹੁਣ ਤੱਕ 1% ਵੀ, ਭਾਵੇਂ ਸਾਨੂੰ ਗੱਦਾਰਾਂ ਦੀ ਲਿਸਟ ਵਿੱਚ ਸ਼ਾਮਲ ਕਰ ਦਿੱਤਾ ਗਿਆ, ਪਰ ਮੈਨੂੰ ਜਵਾਬ ਦੇ ਦੇਣ ਸਾਨੂੰ ਗੱਦਾਰ ਕਹਿਣ ਵਾਲੇ ਵੀ ਹੁਣ ਤੱਕ ਦਿੱਲੀ ਉੱਪਰ ਕੀ ਪ੍ਰੈਸ਼ਰ ਬਣਿਆ। ਇਹ ਗੱਲ ਦਾ ਜਵਾਬ ਲੀਡਰ ਵੀ ਦੇਣ ਤੇ ਉਹ ਲੋਕ ਵੀ ਦੇਣ ਜਿਹੜੇ ਸਾਨੂੰ ਗੱਦਾਰਾਂ ਦੀ ਲਿਸਟਾਂ ਸ਼ਾਮਲ ਕਰਦੇ ਪਏ। ਜੀ ਭਾਈ ਪੱਪਲਪ੍ਰੀਤ ਸਿੰਘ ਜੀ, ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਉੱਪਰ? ਭੈਣ ਜੀ, ਮੇਰੀ ਪਹਿਲੀ ਗੱਲ ਰਹਿੰਦੀ ਸੀ ਕਰਨ ਵਾਲੀ, ਜਦੋਂ ਵਕੀਲ ਸਾਹਿਬ ਬੋਲ ਕੇ ਹਟੇ ਆ ਕਾਨੂੰਨੀ ਪੱਖ ਤੋਂ, ਉਹ ਗੱਲ ਇਹ ਕਿ ਉਹਨਾਂ ਨੇ ਠੀਕ ਕਿਹਾ ਕਿ ਇੱਕ ਤਰ੍ਹਾਂ ਦੀਆਂ ਦਾਅਵੇਦਾਰੀਆਂ ਦਾ ਪੇਸ਼ ਸਾਰੇ ਕਰ ਰਹੇ ਆ ਕਿ ਅਸੀਂ ਕੇਸ ਨੂੰ ਫਾਈਟ ਕਰ ਰਹੇ ਹਾਂ ਜਾਂ ਏਦਾਂ। ਮੇਰੀ ਗੱਲ ਹੋਈ ਸੀ ਸਰਦਾਰ ਸਰਬਜੀਤ ਸਿੰਘ ਵੇਰਕਾ, ਜਿਹੜੇ ਮਨੁੱਖੀ ਅਧਿਕਾਰਾਂ ਦੇ ਵਕੀਲ ਨੇ ਪੰਜਾਬ ਤੋਂ। ਉਹਨਾਂ ਨਾਲ ਗੱਲ ਕਰਕੇ ਇਹ ਸਾਹਮਣੇ ਸਮਝ ਬਣੀ ਆ ਕਿ ਜਿਹੜੇ ਭਾਈ ਰਣਜੀਤ ਸਿੰਘ ਨਵਾਂ ਸ਼ਹਿਰ ਤੋਂ, ਜਿਨ੍ਹਾਂ ਦੇ ਉੱਤੇ ਜਦੋਂ ਉਹਨਾਂ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਦੇ ਕੋਲੋਂ ਚੁੱਕਿਆ ਗਿਆ, ਬੇਤਹਾਸ਼ਾ ਤਸ਼ੱਦਦ ਢਾਇਆ ਗਿਆ, ਫਿਰ ਨਜਾਇਜ਼ ਮੁਕੱਦਮਾ ਪਾਇਆ ਗਿਆ, ਉਹ ਵੀ ਉਸ ਸਮੇਂ ਜਦੋਂ ਬੀਜੇਪੀ ਦੇ ਨਾਲ ਜਿਹੜੇ ਆਏ ਹੋਏ ਵਰਕਰਸ ਦੇ ਨਾਲ ਜਿਹੜੇ ਇੱਕ ਗੁੰਡਾ ਰੂਪ ਬਣਾ ਕੇ ਉਹ ਵਰਕਰਸ ਆਏ ਸਨ, ਤੇ ਨਾਲ ਉਹਨਾਂ ਨੂੰ ਪੁਲਿਸ ਜਿਹੜੀ ਦਿੱਲੀ ਦੀ ਉਹ ਸਾਥ ਨਿਭਾ ਰਹੀ ਸੀ। ਉਸ ਸਮੇਂ ਦੀ ਗੱਲ ਆ ਜਦੋਂ ਉਹ ਬੀਬੀਆਂ ਦਾ ਟੈਂਟ ਪਾੜਨ ਲੱਗੇ ਸੀ, ਤੇ ਉਹ ਨੌਜਵਾਨ ਨੇ ਵਿਰੋਧ ਕੀਤਾ ਇੱਕ ਸਿੱਖ ਐਕਟੀਵਿਸਟ ਦੇ ਰੂਪ ਦੇ ਵਿੱਚ, ਭਾਈ ਜਿਹੜੇ ਨਵਾਂ ਸ਼ਹਿਰ ਤੋਂ ਸਨ ਰਣਜੀਤ ਸਿੰਘ। ਉਸ ਨੌਜਵਾਨ ਨੂੰ ਚੁੱਕਿਆ ਤਕਰੀਬਨ 12 ਦਿਨ ਹੋ ਗਏ ਸੀ ਜਿਸ ਦਿਨ ਮੇਰੀ ਗੱਲ ਹੋਈ ਆ ਸਰਦਾਰ ਵੇਰਕਾ ਦੇ ਨਾਲ, ਤੇ ਉਹਨਾਂ ਦਾ ਮੈਡੀਕਲ ਜਿਹੜਾ ਉਹ ਲੈਣ ਤੱਕ ਸੰਬੰਧਿਤ ਵਕੀਲ ਜਿਹੜੇ ਉਹ ਫੇਲ ਰਹੇ ਆ। ਇਹ ਗੱਲ ਦਿੱਲੀ ਕਮੇਟੀ ਦੇ ਵਕੀਲਾਂ ਦੀ ਕਰ ਰਿਹਾ ਮੈਂ। ਇਹ ਗੱਲ ਬੜੀ ਜ਼ਿੰਮੇਵਾਰੀ ਦੇ ਨਾਲ ਸਰਦਾਰ ਵੇਰਕਾ ਨੇ ਉੱਥੇ ਜਾ ਕੇ ਪੜਤਾਲ ਕਰਕੇ ਪੁੱਛ ਕੇ ਤੇ ਫਿਰ ਕਹੀ ਆ। ਇਹ ਕੋਈ ਐ ਨਹੀਂਗਾ ਕਿ ਸਿਰਫ ਕੋਈ ਦੋਸ਼ ਲਾਉਣ ਵਾਲੀ ਗੱਲ ਆ। ਕੀ ਹੁੰਦਾ ਮੈਡੀਕਲ ਰਿਪੋਰਟ ਦੇ ਨਾਲ, ਕਿਉਂਕਿ ਤੁਸੀਂ ਸਾਹਮਣੇ ਤਸਵੀਰਾਂ 'ਚ ਵੇਖਦੇ ਹੋ ਕਿ ਕਿਵੇਂ ਸਿੱਖ ਦੇ ਮੂੰਹ ਦੇ ਉੱਤੇ ਬੂਟ ਜਿਹੜੇ ਨੇ ਉਹ ਰੱਖੇ ਗਏ। ਉਹਦਾ ਜਿਹੜਾ ਗੁਰੂ ਦਾ ਬਖਸ਼ਿਆ ਹੋਇਆ ਦੜ ਆ ਉਹਦੇ ਤੇ ਕੋਈ ਬੂਟ ਰੱਖ ਦੇਵੇ, ਇਸ ਤੋਂ ਹੋਰ ਨਮੋਸ਼ੀ ਦੀ ਗੱਲ, ਇੰਨੀ ਦੁੱਖ ਦੀ ਗੱਲ ਇੱਥੋਂ ਮੇਰੇ ਸਿੱਖ ਲਈ ਕੀ ਹੋ ਸਕਦੀ ਆ। ਫਿਰ ਕਿਵੇਂ ਉਹਨਾਂ ਨੂੰ ਛਲੀਆਂ ਦੇ ਵਾਂਗ ਕੁੱਟਿਆ ਗਿਆ, ਤੇ ਫਿਰ ਉਹ ਧੂ ਕੇ ਉਹ ਇੰਨੇ ਜਾਣੇ ਨੂੰ ਪੈ ਕੇ ਉਹਨੇ ਲੱਤਾਂ ਅੜਾਈਆਂ, ਤੇ ਬੜੀ ਮੁਸ਼ਕਲ ਤੀਜੇ ਝਟਕੇ 'ਚ ਉਹਨੂੰ ਜਾ ਕੇ ਤੇ ਸਿੱਖ ਜਦੋਂ ਜਦ ਕਰਦਾ ਰਿਹਾ, ਉਸ ਨੂੰ ਇੰਨੇ ਜਾਣਿਆਂ ਨੇ ਚੁੱਕ ਕੇ ਤੇ ਗੱਡੀ ਸੁੱਟਿਆ। ਫਿਰ ਜਾ ਕੇ ਜਾਹ ਰਿਹਾ ਕਿ ਥਾਣੇ 'ਚ ਜਾ ਕੇ ਕੁੱਟਿਆ ਹੋਊ। ਹੁਣ ਜੇ ਉਸ ਸਿੱਖ ਦਾ ਜੇ ਮੌਕੇ ਤੇ ਮੈਡੀਕਲ ਹੋਵੇ ਤੇ ਕਾਨੂੰਨੀ ਪੱਖ ਜਿਹੜਾ ਵਾ ਉਹ ਵਧੀਆ ਬਣਦਾ। ਦੂਸਰਾ 307 ਵਰਗਾ ਮੁਕੱਦਮਾ ਵਾ ਤੇ ਸਾਹਮਣੇ ਤੋਂ ਦਿਸ ਰਿਹਾ ਕਿ ਬੰਦੇ ਨੂੰ ਕੁੱਟਿਆ ਜਾ ਰਿਹਾ, ਤੇ ਉਹਦੇ ਬਾਰੇ ਮੈਡੀਕਲ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ। ਪਰ ਇਸ ਗੱਲ ਤੋਂ ਫਾੜੀ ਰਹੇ, ਜਿਹੜੀ ਮੈਂ ਜਾਣਕਾਰੀ ਸਰਦਾਰ ਵੇਰਕਾ ਦੇ ਨਾਲ ਗੱਲਬਾਤ ਦੇ ਦੌਰਾਨ ਹਾਸਲ ਕੀਤੀ, ਮੈਂ ਉਹਦੇ ਅਨੁਸਾਰ ਕਹਿ ਰਿਹਾ। ਦੂਜੀ ਗੱਲ, ਜਦੋਂ ਕੋਈ ਮੁਕੱਦਮਾ ਬਣਦਾ ਤਾਂ ਮੁੱਢਲੇ ਦਿਨ ਹੀ ਹੁੰਦੇ ਆ ਕਿ ਤੁਸੀਂ ਬਚਾਅ ਪੱਖ ਦੀ ਗੱਲ ਕਰਨੀ ਹੁੰਦੀ ਆ, ਉਹਦੇ ਵਾਸਤੇ ਸਬੂਤ ਇਕੱਠੇ ਕਰਨੇ ਹੁੰਦੇ ਆ, ਜਿਵੇਂ ਕਿ CCTV ਫੁਟੇਜ ਤੇ ਨਾਲ ਦੀ ਨਾਲ ਮੋਬਾਈਲ ਟਾਵਰਸ ਦੀਆਂ ਲੋਕੇਸ਼ਨਾਂ, ਕਿ ਬੰਦਾ ਕੋਈ ਬੰਦਾ ਵਾ ਉਹਨੂੰ ਇਸ ਥਾਂ ਤੋਂ ਜਿੱਥੇ
ਕੋਈ ਵੀ ABC ਥਾਂ ਵਾ, A ਥਾਂ ਤੋਂ ਚੁੱਕਿਆ, B ਥਾਂ ਤੇ ਲਿਜਾਇਆ, C ਥਾਂ ਤੇ ਪਰਚਾ ਕਰ ਦਿੱਤਾ ਗਿਆ। ਸੋ ਇਹਦੇ ਵਿਚਾਲੇ ਸਮੇਂ ਦਾ ਫਰਕ ਹੁੰਦਾ, ਲੋਕੇਸ਼ਨ ਦਾ ਫਰਕ ਹੁੰਦਾ। ਜੋ ਕੁਝ ਦਿੱਲੀ 'ਚ ਹੋਇਆ, ਬੰਦਿਆਂ ਨੂੰ ਪਹਿਲਾਂ ਗ੍ਰਿਫਤਾਰ ਕਰ, ਪਹਿਲਾਂ ਹਿਰਾਸਤ 'ਚ ਲੈ ਕੇ ਰੱਖਿਆ ਗਿਆ, ਫਿਰ ਪਰਚਾ ਉਹਨਾਂ ਦੇ ਪਾ ਕੇ ਜਦੋਂ ਪਿੱਛੋਂ ਕਿਹਾ ਜਾਂਦਾ ਕਿ ਅਮਿਤ ਸ਼ਾਹ ਦਾ ਆਰਡਰ ਆਇਆ ਤੇ ਉਸ ਵੱਲੋਂ ਬਾਅਦ ਵਿੱਚ ਪੁਲਿਸ ਵੱਲੋਂ, ਦਿੱਲੀ ਪੁਲਿਸ ਵੱਲੋਂ ਪਰਚੇ ਜਿਹੜੇ ਧੜਾ ਧੜ ਕੱਟੇ ਗਏ ਤੇ ਬੰਦਿਆਂ ਦੀ ਗ੍ਰਿਫਤਾਰੀਆਂ ਪਾਤੀਆਂ ਗਈਆਂ। ਬੰਦੇ ਪਹਿਲਾਂ ਹੀ ਉਹਨਾਂ ਦੀ ਹਿਰਾਸਤ ਵਿੱਚ ਹੋਣਗੇ ਤੇ ਉਹਨਾਂ ਦੇ ਉੱਤੇ ਬਾਅਦ 'ਚ ਮੁਕੱਦਮੇ ਬਣਾਏ। ਸੋ ਜਦੋਂ ਇਹ ਜਿਹੜੇ ਸਬੂਤ ਨੇ, CCTV ਪੂਰੀ ਦਿੱਲੀ ਜਿਹੜੀ ਆ ਕੈਮਰੇਜ਼ ਦੀ ਸਰਵੇਲੈਂਸ ਦੇ ਥੱਲੇ ਆ, ਤੇ ਇਹ ਜਿਹੜੇ ਸੰਬੰਧਿਤ ਥਾਣਿਆਂ ਦੀ CCTV ਜਾਂ ਹੋਰ ਥਾਵਾਂ ਤੇ ਜਿਹੜੇ ਕੈਮਰੇ ਲੱਗੇ ਉਹਨਾਂ ਦੀ CCTV ਵੀਡੀਓ ਕਢਾਉਣ ਦੀ ਲੋੜ ਸੀ। ਸੋ ਇਹ ਜਿਹੜੀਆਂ ਗੱਲਾਂ ਨਹੀਂ ਹੋਈਆਂ, ਕਿਉਂਕਿ ਕਈ ਵਾਰ ਹੁੰਦਾ ਕਿ ਬਹੁਤ ਥੋੜੇ ਦਿਨ ਦਾ ਸਮਾਂ ਹੁੰਦਾ, ਕਿਸੇ ਵੇਲੇ ਕੋਈ ਰਿਕਾਰਡਿੰਗ 10 ਦਿਨ ਦੀ ਰਹਿੰਦੀ ਆ, ਕੋਈ 15 ਦਿਨ ਦੀ ਰਹਿੰਦੀ ਆ। ਸੋ ਇਸ ਕਰਕੇ ਇਹ ਹੋ ਨਹੀਂ ਸਕਿਆ। ਜਿੱਥੇ ਹੋਇਆ ਹੋਊਗਾ ਉਹਦਾ ਸਵਾਗਤ ਆ, ਪਰ ਇਹ ਬਹੁਤਾਤ ਵਿੱਚ ਮੁੱਢਲੇ ਸਟੈਪ ਹੋਣੇ ਚਾਹੀਦੇ ਸੀ। ਜਿੰਨੀ ਕਿ ਜਾਣਕਾਰੀ ਸਾਡੇ ਤੱਕ ਆਈ ਆ ਕਿ ਨਹੀਂ ਸੀ ਹੋ ਰਿਹਾ। ਦਾਅਵੇਦਾਰੀਆਂ ਕਿਸੇ ਵੇਲੇ ਹੁੰਦਾ ਕਿ ਬੰਦੇ ਦੇ ਇੱਕ ਮਫਾਦ ਹੁੰਦੇ ਆ, ਸਿਆਸੀ ਤੌਰ ਤੇ ਵੀ ਜਾਂ ਕਿਸੇ ਗੱਦੀ ਨੂੰ ਜਿੱਤਣ ਵਾਸਤੇ, ਸਿਰਫ ਉਹ ਜਦੋਂ ਰਹਿ ਜਾਣ ਤੇ ਫਿਰ ਉੱਤੇ ਆਪਾਂ ਜੰਗ ਜਿੱਤ ਨਹੀਂ ਨਾ ਸਕਦੇ, ਜਿਹੜੀ ਚਾਹੇ ਆਪਾਂ ਕਾਨੂੰਨੀ ਪੱਖ ਤੋਂ ਲੜਨੀ ਹੋਵੇ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਜਿੱਥੇ ਗੁੰਜਾਇਸ਼ ਅਜੇ ਵੀ ਆ, ਉਹ ਅਜੇ ਵੀ ਪੂਰੀ ਕਰ ਲੈਣੀ ਚਾਹੀਦੀ ਹੈ। ਜੀ, ਤੇ ਇਹ ਤੁਸੀਂ ਗੱਲ ਕੀਤੀ ਆ ਭਾਈ ਰਣਜੀਤ ਸਿੰਘ ਦੀ, ਜਿਹਦੀ ਹੁਣ ਅਸੀਂ ਮੌਜੂਦਾ ਸਥਿਤੀ ਦੀ ਗੱਲ ਕਰਦੇ ਹਾਂ ਤਾਂ ਹੁਣ ਕੀ ਕੇਸ ਪਾਏ ਗਏ ਆ? ਕਿ ਜਦੋਂ ਅਸੀਂ ਉਦੋਂ ਦੀ ਜਦੋਂ ਉਹਨਾਂ ਨੂੰ ਫੜਿਆ ਗਿਆ ਉਦੋਂ ਦੀ ਗੱਲ ਕਰੀਏ ਤਾਂ ਉਦੋਂ ਇੰਨੀ ਜ਼ਿਆਦਾ ਉੱਥੇ ਤਾਦਾਦ ਦੇ ਵਿੱਚ ਜਿਹੜੇ ਕਿ ਅੰਦੋਲਨ ਕਰ ਰਹੇ ਸੀਗੇ ਉੱਥੇ ਮੌਜੂਦ ਸੀਗੇ, ਕਾਫੀ ਲੋਕ ਮੌਜੂਦ ਸੀਗੇ। ਤੇ ਪਰ ਜਦੋਂ ਅਸੀਂ ਵੀਡੀਓਜ਼ ਦੇ ਰਾਹੀਂ ਦੇਖਿਆ ਹੈਗਾ ਤੇ ਭਾਈ ਰਣਜੀਤ ਸਿੰਘ ਨੂੰ ਫੜ ਕੇ ਜਦੋਂ ਪੁਲਿਸ ਲੈ ਕੇ ਜਾ ਰਹੀ ਸੀ, ਉਹਨਾਂ ਦੀ ਸ਼ੱਦਤ ਆ ਰਹੀ ਸੀਗੀ, ਤਾਂ ਕਿਸੇ ਨੇ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਾਂ ਕਿਸੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਪੁਲਿਸ ਨੂੰ ਜੋ ਵੀ ਘਟਨਾ ਹੋਈ ਹੈਗੀ ਉਸ ਤੋਂ ਬਾਅਦ ਇੰਨੇ ਦਿਨ ਹੋ ਗਏ ਨੇ ਉਹਨਾਂ ਦੀ, ਇੱਥੇ ਵੀ ਬਹੁਤ ਸਾਰੇ ਸਾਨੂੰ ਕਾਲਸ ਵੀ ਆਉਂਦੇ ਨੇ ਕਿ ਸਾਨੂੰ ਉਹਨਾਂ ਬਾਰੇ ਦੱਸੋ ਕਿ ਉਹਨਾਂ ਦੀ ਮੌਜੂਦਾ ਸਥਿਤੀ ਕੀ ਹੈਗੀ ਆ। ਐਡਵੋਕੇਟ ਸਾਹਿਬ, ਤੁਸੀਂ ਕੋਈ ਦੱਸ ਸਕਦੇ ਹੋ ਇਹਦੇ ਬਾਰੇ? ਜੀ ਐਡਵੋਕੇਟ ਸਾਹਿਬ, ਮੈਨੂੰ ਦੇ ਹਿਸਾਬ ਦੇ ਨਾਲ ਜੀ ਵੱਖ-ਵੱਖ ਹਿਸਾਬ ਦੇ ਨਾਲ ਹੀ ਉਹਨਾਂ ਦੀ ਬੇਲ ਜਿਹੜੀ ਆ ਉਹ ਲਾਈ ਜਾ ਸਕਦੀ ਆ। ਮੇਰੀ ਅੱਜ ਹੀ ਇੱਥੇ ਇੱਕ ਐਡਵੋਕੇਟ ਸਾਹਿਬ ਦੇ ਨਾਲ ਗੱਲ ਹੋਈ ਆ, ਉਹਨਾਂ ਨੇ ਮੈਨੂੰ ਦੱਸਿਆ, ਮੈਂ ਡਾਇਰੈਕਟ ਤੇ ਉਹਦੇ ਵਿੱਚ ਸ਼ਾਮਲ ਨਹੀਂ ਹੈਗਾ, ਪਰ ਉਹਦੇ ਵਿੱਚ ਜਿਹੜਾ ਉਹ ਕੇਸ ਆ ਉਹਦੇ 'ਚ ਧਾਰਾ 307 ਲੱਗੀ ਆ। ਇਸ ਕਰਕੇ ਉਹਨਾਂ ਦੀ ਬੇਲ ਜਿਹੜੀ ਆ ਅਜੇ ਉਹਨਾਂ ਨੇ ਅਪਲਾਈ ਨਹੀਂ ਕੀਤੀ, ਕਿਉਂਕਿ ਉਹ ਸਾਰੇ ਕਾਨੂੰਨੀ ਪੱਖ ਵੇਖ ਕੇ ਜਿੰਨੇ ਵੀ ਉਹਦੇ ਵਿੱਚ ਨਾਮਜ਼ਦ ਬੰਦੇ ਆ, ਜਿਹੜੀ ਸਭ ਤੋਂ ਪਹਿਲੋਂ ਬੇਲ ਹੋ ਸਕਦੀ ਆ ਉਹ ਪਹਿਲੋਂ ਅਪਲਾਈ ਕਰਨਗੇ, ਦੂਸਰੀਆਂ ਉਸ ਤੋਂ ਬਾਅਦ ਉਹ ਸਾਰੀਆਂ ਰੂਟੀਨ ਵਾਈਜ਼ ਹੋਣਗੀਆਂ, ਜਿਹੜੀਆਂ ਕਿ ਉਹ ਆਪਾਂ ਸਿੱਧੀਆਂ ਇੱਥੇ ਲਾਈਵ ਗੱਲਾਂ ਨਹੀਂ ਕਰ ਸਕਦੇ। ਉਹ ਕੋਈ ਜਿਹੜੇ ਐਡਵੋਕੇਟ ਨੇ ਉਹਨਾਂ ਦੇ ਆਪਣੇ ਪੱਖ ਹੁੰਦੇ ਜਿਹਨੂੰ ਆਪਾਂ ਨਹੀਂ ਦੱਸ ਸਕਦੇ TV ਦੇ ਉੱਤੇ, ਉਹ ਸਾਰਾ ਉਹ ਵੇਖ ਰਹੇ ਨੇ, ਉਹ ਚੰਗੀ ਤਰ੍ਹਾਂ ਪੈਰਵਾਈ ਹੋ ਰਹੀ ਆ। ਜਿਹੜੀਆਂ ਮੈਂ ਤੁਹਾਨੂੰ ਇਹ ਪਹਿਲੋਂ ਦੱਸ ਚੁੱਕਾ, ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਵਾ ਵੀ ਉਹ CCTV ਫੁਟੇਜ ਜਿਹੜੀਆਂ ਵਾ ਉਹ ਨਹੀਂ ਪ੍ਰੀਜ਼ਰਵ ਕਰਾਈਆਂ ਗਈਆਂ। ਅਜੇ ਤੱਕ ਇਹ ਵੀ ਸਾਨੂੰ ਪੂਰੀ ਗੱਲ ਕਲੀਅਰ ਨਹੀਂ ਆ, ਕਿਉਂਕਿ ਜਿੰਨੇ ਵੀ ਕੇਸ ਰਜਿਸਟਰਡ ਹੋਏ ਆ ਉਹਦੀਆਂ ਫਾਈਲਾਂ ਸਾਡੇ ਕੋਲ ਮਿਲੀਆਂ ਨਹੀਂ ਆ। ਕਿਉਂਕਿ ਹਰ ਇੱਕ ਐਡਵੋਕੇਟ ਵੱਖਰੇ ਤੌਰ ਦੇ ਉੱਤੇ ਆਪਣਾ ਜਿਹੜਾ ਇਹ ਕੰਮ ਕਰ ਰਿਹਾ। ਜਿਹੜੀਆਂ ਜਥੇਬੰਦੀਆਂ ਆਪਣੇ ਲੈਵਲ ਦੇ ਉੱਤੇ ਉਹਨਾਂ ਨੇ ਜਿੰਨੇ ਵੀ ਐਡਵੋਕੇਟ ਨੇ ਉਹ ਲਾਏ ਹੋਏ ਨੇ, ਜਦੋਂ ਉਹ ਫਾਈਲਾਂ ਆਉਣਗੀਆਂ ਫਿਰ ਅਸੀਂ ਇਹ ਗੱਲ ਕਲੀਅਰ ਕਰ ਸਕਦੇ ਹਾਂ ਵੀ ਇਹਦੇ ਵਿੱਚ ਉਹ ਕੋਈ CCTV ਫੁਟੇਜ ਵਾਲੀ ਐਪਲੀਕੇਸ਼ਨ ਲੱਗੀ ਆ, ਉਹਨੂੰ ਪ੍ਰੀਜ਼ਰਵ ਕਰਾਇਆ ਗਿਆ ਕਿ ਨਹੀਂ ਕਰਵਾਇਆ ਗਿਆ। ਇਹ ਸਾਡੀਆਂ ਸਾਰੀਆਂ ਸਮੇਂ ਤੋਂ ਪਹਿਲਾਂ ਦੀਆਂ ਗੱਲਾਂ ਨੇ ਵੀ ਆਪਾਂ ਇੱਕ ਦੂਜੇ ਦੇ ਉੱਤੇ ਐਲੀਗੇਸ਼ਨ ਲਾਈ ਜਾਂਦੇ ਹਾਂ ਵੀ ਇਹਨਾਂ ਨੇ ਆਹ ਨਹੀਂ ਕਰਾਇਆ। ਉਹ ਸਾਬ ਤੋਂ ਬਾਅਦ ਦੀਆਂ ਗੱਲਾਂ ਨੇ, ਜਦੋਂ ਉਹ ਸਾਰੀਆਂ ਫਾਈਲਾਂ ਸਾਡੇ ਕੋਲ ਆਉਣਗੀਆਂ ਉਹਦੇ ਵਿੱਚ ਪਤਾ ਲੱਗੂ। ਔਰ ਦੂਸਰੀ, ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਵੀ ਐਡਵੋਕੇਟ ਸਾਹਿਬ ਇਹ ਕੇਸ ਲੜ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀਆਂ ਵੀ ਕੋਈ ਕਮੀਆਂ ਰਹਿ ਗਈਆਂ ਤੁਸੀਂ ਬੇਲ ਕਰਾਉਣ ਤੱਕ ਹੀ ਸੀਮਿਤ ਨਾ ਰਹੋ। ਤੁਸੀਂ ਪੂਰੀ ਕੇਸ ਦੀ ਹਿਸਟਰੀ ਵੇਖ ਕੇ ਵੀ ਗਾਂ ਇਹਦੇ ਵਿੱਚ ਕੀ ਹੋਣਾ ਉੱਥੋਂ ਤੱਕ ਇਹਨੂੰ ਜਾਓ, ਕਿਉਂਕਿ ਹੁਣ ਤੇ ਇਹ ਗੱਲ ਹੋ ਗਈ ਨਾ ਵੀ ਹੁਣ ਇਹ ਕੇਸ ਹਾਈਲਾਈਟ ਹੋਏ ਨੇ ਤੇ ਸਾਰਿਆਂ ਦੇ ਵਿੱਚ ਦੌੜ ਭੱਜ ਬਣੀ ਹੋਈ ਆ ਵੀ ਮੈਂ ਅੱਗੇ ਹੋ ਜਾ, ਇਹ ਸਥਿਤੀ ਚੱਲ ਰਹੀ ਹੈ। ਇਸ ਕਰਕੇ ਹੋ ਸਕਦਾ ਇਹਨਾਂ ਕੇਸਾਂ ਦੇ ਵਿੱਚ ਕੋਈ ਐਪਲੀਕੇਸ਼ਨਾਂ ਲੱਗੀਆਂ ਵੀ ਹੋਣ CCTV ਪ੍ਰੀਜ਼ਰਵ ਕਰਾਉਣ ਵਾਸਤੇ, ਹੋਰ ਵੀ ਜਿਹੜੀਆਂ ਬਾਕੀ ਹੈਗੀਆਂ। ਇਹ ਸਾਨੂੰ ਅਸੀਂ ਇਸ ਤਰ੍ਹਾਂ ਕਹਿ ਨਹੀਂ ਸਕਦੇ ਵੀ ਇਹ ਕੀ ਚੱਲ ਰਿਹਾ ਜਿੰਨਾ ਚਿਰ ਫਾਈਲਾਂ ਪੂਰੀਆਂ ਦੀਆਂ ਮਿਲ ਨਹੀਂ ਜਾਂਦੀਆਂ, ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਉਹ ਕਰੋਨਾ ਦਾ ਕਰਕੇ ਪਹਿਲਾਂ ਇੱਥੇ ਸਾਨੂੰ
ਸਰਟੀਫਾਈਡ ਕਾਪੀਆਂ ਲੈਣ ਵਾਸਤੇ ਵੀ 72 ਘੰਟੇ ਤੱਕ ਤੇ ਜਿਹੜੀਆਂ ਕਾਪੀਆਂ ਅਪਲਾਈ ਕਰਦੇ ਉਹਨੂੰ ਹੱਥ ਵੀ ਨਹੀਂ ਲਾਉਂਦੇ, ਫਿਰ ਜੱਜ ਸਾਹਿਬ ਦੇ ਸਾਈਨ ਹੁੰਦੇ। ਹਫ਼ਤਾ ਹੋ ਗਿਆ ਤੇ ਉਹਦੀਆਂ ਅਜੇ ਕਾਪੀਆਂ ਨਹੀਂ ਮਿਲ ਰਹੀਆਂ ਸਾਨੂੰ। ਠੀਕ ਆ। ਸੋ ਇੱਥੇ ਅਸੀਂ ਜਦੋਂ ਗੱਲਬਾਤ ਕਰਦੇ ਹਾਂ ਕਿ ਜਿਹੜੇ ਗ੍ਰਿਫਤਾਰੀਆਂ ਹੋਈਆਂ ਨੇ ਉਹਨਾਂ ਦੀ ਰਿਹਾਈ ਦੀ ਅਸੀਂ ਗੱਲ ਕਰ ਰਹੇ ਹਾਂ, ਤੇ ਇਹਨਾਂ ਸਾਰੀਆਂ ਗੱਲਾਂ ਦੇ ਵਿੱਚੋਂ ਇਹ ਗੱਲ ਸਾਹਮਣੇ ਆਉਂਦੀ ਹੈਗੀ ਆ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਾਂ ਜਥੇਬੰਦੀਆਂ ਹੈਗੀਆਂ, ਜੇ ਉਹ ਜਾਂ ਜਿਹੜੇ ਸਾਡੇ ਕਿਸਾਨ ਆਗੂ ਨੇ ਉਹ ਆਪਣੇ ਸਟੈਂਡ ਲੈਂਦੇ ਨੇ ਜਾਂ ਉਹ ਇਹ ਗੱਲ ਕਹਿੰਦੇ ਨੇ, ਸਰਕਾਰ ਤੇ ਪ੍ਰੈਸ਼ਰ ਪਾਉਂਦੇ ਨੇ ਕਿ ਜਿੰਨੀ ਦੇਰ ਗ੍ਰਿਫਤਾਰੀਆਂ, ਜਿੰਨੀ ਦੇਰ ਰਿਹਾਈ ਨਹੀਂ ਹੁੰਦੀ ਉਨੀ ਦੇਰ ਅਗਲੀ ਕਾਰਵਾਈ ਅਸੀਂ ਤੁਹਾਡੇ ਨਾਲ ਅਗਲੀ ਗੱਲਬਾਤ ਨਹੀਂ ਹੋਏਗੀ। ਪਰ ਇਹ ਜਿਹੜੀ ਗੱਲਬਾਤ ਹੋਈ ਸੀਗੀ, ਉਹਨਾਂ ਨੇ ਬਿਆਨ ਤਾਂ ਦਿੱਤਾ ਸੀਗਾ ਸੰਯੁਕਤ ਕਿਸਾਨ ਮੋਰਚੇ ਨੇ ਕਿ ਪਹਿਲਾਂ ਜਿਹੜੇ ਜਿਨ੍ਹਾਂ ਨੂੰ ਫੜਿਆ ਗਿਆ ਹੈਗਾ ਉਹਨਾਂ ਨੂੰ ਰਿਹਾ ਕਰੋ, ਅਗਲੀ ਅਸੀਂ ਮੀਟ ਬਾਅਦ ਵਿੱਚ ਕਰਾਂਗੇ। ਉਹ ਕਾਹਦੇ ਬਾਰੇ ਸੀਗਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਗਿਆਨੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਵੇਖੋ ਜਿਹੜੇ ਉਹ ਕਿਸਾਨ ਆਗੂ ਨੇ ਤੇ ਪਹਿਲੋਂ ਆਪਣਾ ਸਾਰਾ ਪੱਲਾ ਹੀ ਝਾੜ ਗਏ ਇਸ ਗੱਲ ਦੇ ਉੱਤੋਂ। ਬਾਅਦ ਦੇ ਵਿੱਚ ਇੱਕ ਛੋਟਾ ਮੋਟਾ ਬਿਆਨ ਦੇ ਦਿੱਤਾ ਵੀ ਜਿੰਨਾ ਚਿਰ ਉਹਨਾਂ ਦੀ ਰਿਹਾਈ ਨਹੀਂ ਹੋਊਗੀ ਉਹਨਾਂ ਚਿਰ ਸਰਕਾਰ ਦੇ ਨਾਲ ਗੱਲ ਨਹੀਂ ਹੋਊ। ਸਰਕਾਰ ਤੇ ਅੱਗੇ ਕਿਸਾਨਾਂ ਦੇ ਨਾਲ ਹੁਣ ਗੱਲ ਕਰ ਨਹੀਂ ਰਹੀ, ਗੱਲਬਾਤ ਟੁੱਟ ਗਈ। ਸਰਕਾਰ ਵੱਲੋਂ ਜੇ ਕੋਈ ਮੈਸੇਜ ਆਉਂਦਾ ਫਿਰ ਉਹਨਾਂ ਦੀ ਰਿਹਾਈ ਦੀ ਗੱਲ ਚੱਲਦੀ ਹੈ। ਕਿਸਾਨ ਆਗੂ ਇੱਕ ਦੋ ਛੱਡ ਕੇ ਬਾਕੀ ਕੋਈ ਵੀ ਕਿਸਾਨਾਂ ਦੀ ਜਿਹੜੀ ਹੈ ਗੱਲ ਨਹੀਂ ਕਰ ਰਿਹਾ। ਇਸ ਕਰਕੇ ਇਹ ਜਿਹੜਾ ਪੂਰਾ ਪ੍ਰੈਸ਼ਰ ਆ ਉਹ ਬਣਾਉਣਾ ਪਊਗਾ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਗੱਲ ਕਹੀ ਸੀ ਨਾ ਕਿ ਹੁਣ ਤਾਂ ਅਸੀਂ ਸਿਰਫ ਇੱਕ ਕਾਲ ਦੀ ਦੂਰੀ ਤੇ ਆ ਤੇ ਵੀ ਹੱਲ ਵੀ ਹੋ ਸਕਦਾ ਹੈਗਾ। ਅਸੀਂ ਜਿਹੜੇ ਖੇਤੀਬਾੜੀ ਮੰਤਰੀ ਤੋਮਰ ਹੈਗੇ ਆ ਉਹ ਇਸ ਮਸਲੇ ਦਾ ਹੱਲ ਕੱਢ ਲੈਣਗੇ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ। ਤੇ ਗਿਆਨੀ ਜੀ ਕੀ ਕਹਿਣਾ ਚਾਹੋਗੇ, ਕਿਉਂਕਿ ਸਮਾਂ ਵੀ ਸਾਡਾ ਬੀਤਦਾ ਜਾ ਰਿਹਾ ਹੈਗਾ, ਕਿਉਂਕਿ ਇਹ ਜਿਹੜੀ ਗੱਲਬਾਤ ਹੈਗੀ ਆ ਖਾਸ ਤੌਰ ਤੇ ਅਸੀਂ ਗੱਲਬਾਤ ਕਿਉਂ ਕਰ ਰਹੇ ਹਾਂ ਕਿਉਂਕਿ ਜਿਹੜੇ ਇੱਥੇ ਸਾਡੇ ਇਸ ਚੈਨਲ ਦੇ ਜਰੀਏ ਜਿਹੜੇ ਜਿੰਨੇ ਵੀ ਲੋਕ ਸਾਨੂੰ ਦੇਖ ਰਹੇ ਨੇ, ਵਿਊਅਰਸ ਦੇਖ ਰਹੇ ਨੇ, ਦਰਸ਼ਕ ਦੇਖ ਰਹੇ ਨੇ, ਸਾਰਿਆਂ ਦੇ ਮਨਾਂ ਦੇ ਵਿੱਚ ਇਹੀ ਗੱਲਬਾਤ ਆ ਰਹੀ ਹੈਗੀ ਕਿ ਜਿਹੜੇ ਸਾਡੇ ਰਿਸ਼ਤੇਦਾਰ ਨੇ ਜਾਂ ਸਾਡੇ ਨਜ਼ਦੀਕੀ ਨੇ ਜਾਂ ਵੈਸੇ ਵੀ ਉਹ ਕਿਸਾਨਾਂ ਦੇ ਪ੍ਰਤੀ ਚਿੰਤਤ ਨੇ, ਕਿਸਾਨ ਅੰਦੋਲਨ ਦੇ ਵਿੱਚ ਜਿੰਨੇ ਵੀ ਕਿਸਾਨ ਨੇ ਭਾਵੇਂ ਉਹਨਾਂ ਦੇ ਸਹਿਯੋਗੀ ਨਾ ਵੀ ਹੋਣ, ਉਹਨਾਂ ਦੇ ਜਾਣਕਾਰ ਨਾ ਵੀ ਹੋਣ, ਤਾਂ ਵੀ ਉਹਨਾਂ ਦੇ ਲਈ ਉਹ ਚਿੰਤਤ ਨੇ। ਉਹਨਾਂ ਨੂੰ ਫਿਕਰ ਹੈਗਾ ਉਹਨਾਂ ਸਾਰਿਆਂ ਦਾ, ਭਾਵੇਂ ਉਹ ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਇਸ ਗੱਲ ਦਾ ਫਿਕਰ ਹੈਗਾ ਕਿ ਜੇ ਉਹ ਗ੍ਰਿਫਤਾਰੀਆਂ ਹੁੰਦੀਆਂ ਨੇ ਜਾਂ ਜਿਨ੍ਹਾਂ ਨੂੰ ਸੰਮਨ ਆ ਰਹੇ ਨੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਨੋਟਿਸ ਆ ਰਹੇ ਨੇ, ਉਹਨਾਂ ਦਾ ਕੀ ਹੱਲ ਹੋਏਗਾ, ਕਿਵੇਂ ਉਹ ਬਚਾਅ ਕਰ ਸਕਦੇ ਨੇ? ਇਹਦੇ ਬਾਰੇ ਕੀ ਕਹਿਣਾ ਚਾਹੋ? ਭੈਣ ਜੀ, ਜਿਹੜੇ NRI ਭਰਾ ਨੇ ਉਹ ਸਾਡੇ ਪੰਜਾਬ ਦੀ ਰੀੜ੍ਹ ਦੀ ਹੱਡੀ ਨੇ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਵੀ ਅਸੀਂ ਤਾਂ ਫੇਰ ਵੀ ਇੱਥੇ ਰਾਤ ਨੂੰ ਸੌਂ ਜਾਂਦੇ ਆ, ਪਰ NRI ਭਰਾਵਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਉਹ ਗੱਡੀ ਚਲਾਉਂਦੇ ਆ, ਰੋਟੀ ਖਾਂਦੇ ਆ, ਉਹ ਸਾਰਾ ਦਿਨ ਫੋਨਾਂ ਤੇ ਲਾਈਵ ਦੇਖਦੇ ਨੇ ਵੀ ਕੀ ਹਾਲਾਤ ਨੇ ਪੰਜਾਬ ਦੇ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਸੀ ਵੀ ਗੈਰ ਹਾਜ਼ਰ ਹਾਜ਼ਰ, ਹਾਜ਼ਰ ਗੈਰ ਹਾਜ਼ਰ। ਅਸੀਂ ਇੱਥੇ ਬੈਠੇ ਤਾਂ ਬੇਸ਼ੱਕ ਗੈਰ ਹਾਜ਼ਰ ਹਾਂ, ਪਰ ਉਹ ਵਿਦੇਸ਼ਾਂ 'ਚ ਬੈਠੇ ਵੀ ਇਸ ਸਮੇਂ ਹਾਜ਼ਰ ਨੇ, ਕਿਉਂਕਿ ਮਨ ਕਰਕੇ ਵੀ ਇੱਥੇ ਨੇ, ਤਨ ਕਰਕੇ ਬੇਸ਼ੱਕ ਦੂਰ ਨੇ, ਪਰ ਧਨ ਕਰਕੇ ਇੱਥੇ ਨੇ। ਜੇ ਧਨ ਦੀ ਗੱਲ ਕਰੀਏ ਤਾਂ 26 ਜਨਵਰੀ ਨੂੰ, ਕੇਵਲ 26 ਜਨਵਰੀ ਨੂੰ 200 ਕਰੋੜ ਰੁਪਏ ਤੋਂ ਵੱਧ ਦਾ ਤੇਲ ਸਾਡਾ ਇਸ ਅੰਦੋਲਨ ਤੇ ਲੱਗਿਆ, ਇੱਕੋ ਦਿਨ ਕੱਲਾ ਤੇਲ। ਤੇ ਹੁਣ ਤੱਕ ਇਸ ਅੰਦੋਲਨ ਵਿੱਚ ਸਾਡਾ ਪੈਸਾ, ਸਾਡੀ ਮਿਹਨਤ, ਸਾਡੀ ਜਵਾਨੀ ਦੀਆਂ ਗ੍ਰਿਫਤਾਰੀਆਂ, ਉਸ ਤੋਂ ਬਾਅਦ ਸਾਡੀ ਕੌਮ ਜਿਹੜੀ ਇਕੋਨਮੀ ਤੌਰ ਤੇ ਦੇਖੋ ਗੁਰੂ ਨਾਨਕ ਦਾ ਹੈ, ਪਰ ਪੈਸਾ ਤਾਂ ਲੱਗ ਰਿਹਾ ਨਾ। ਉਸ ਤੋਂ ਬਾਅਦ ਜਿਹੜੇ ਸਾਡੇ ਪਰਿਵਾਰ ਬੈਠੇ ਨੇ, ਉਹ ਚਿੰਤਾ ਦਾ ਵਿਸ਼ਾ ਸਾਡੇ ਵਾਸਤੇ ਬਹੁਤ ਵੱਡਾ ਵਿਸ਼ਾ ਹੈ। ਸੋ ਇਹ ਤਾਂ ਹੀ ਹੋਵੇਗਾ ਜੇ ਸਾਡੇ ਵਿੱਚ ਏਕਤਾ ਬਣੇਗੀ। ਅਜੇ ਵੀ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ। ਅਜੇ ਵੀ ਨਾ ਲੀਡਰਾਂ ਨੂੰ ਚਾਹੀਦਾ ਵੀ ਇਦਾਂ ਦੀਆਂ ਗੱਲਾਂ ਨਾ ਕਰੋ ਵੀ ਕਦੇ ਤੁਸੀਂ ਨਿਸ਼ਾਨਾਂ ਦੇ ਖਿਲਾਫ ਬੋਲਤਾ, ਕਦੇ ਨਿਹੰਗ ਸਿੰਘ ਫੌਜਾਂ ਦੇ ਖਿਲਾਫ, ਕਦੇ ਹਰਿਆਣੇ ਵਾਲਿਆਂ ਨੂੰ ਕਹਿੰਦਾ ਦੰਗਾ ਕਰ ਰਹੇ ਨੇ, ਕਦੇ ਤੁਸੀਂ ਖਾਲਿਸਤਾਨੀਆਂ ਦੀ ਤੁਸੀਂ ਕਹਿ ਰਹੇ ਹੋ ਵੀ ਸਟੇਜ ਉੱਪਰ ਤੁਸੀਂ ਬੇਬੁਨਿਆਦ ਗੱਲਾਂ ਕਰਦੇ ਹੋ। ਸੋ ਇਦਾਂ ਦੀਆਂ ਗੱਲਾਂ ਨੂੰ ਛੱਡ ਕੇ ਸਾਰੇ ਪਹਿਲਾਂ ਇੱਕ ਹੋਵੋ। ਜਿਸ ਦਿਨ ਇਹ ਸਾਰੇ ਇੱਕ ਹੋ ਗਏ ਤੇ ਉਸ ਦਿਨ ਸਾਡੇ ਨੌਜਵਾਨ ਵੀ ਬੜੀ ਜਲਦੀ ਬਾਹਰ ਆਉਣਗੇ, ਸਾਡੀਆਂ ਰਿਹਾਈਆਂ ਵੀ ਹੋਣਗੀਆਂ, ਅਸੀਂ ਮੋਰਚੇ ਵੀ ਜਿੱਤਾਂਗੇ। ਇੱਕ ਦੂਜੇ ਤੇ ਦੂਸ਼ਣਬਾਜ਼ੀ ਲਾਣੀ ਬੰਦ ਕਰੋ। ਮੰਨਿਆ ਮੈਂ ਗਦਾਰ ਹੋ ਸਕਦਾ, ਦੀਪ ਸਿੱਧੂ ਵੀ ਗਦਾਰ ਹੋ ਗਿਆ, ਉਦੋਂ ਕੇ ਗਦਾਰ ਹੋ ਗਿਆ, ਵੀਰ ਪੱਪਲਪ੍ਰੀਤ ਵਰਗੇ ਬੈਠੇ ਨੇ, ਉਹਨਾਂ ਤੇ ਗਦਾਰ ਦੇ ਟੈਗ ਲੱਗ ਗਏ। ਪਰ ਜਿਹੜੇ ਉੱਥੇ ਕਿਸਾਨ ਬੈਠੇ ਨੇ, ਟਰਾਲੀਆਂ ਦੇ ਵਿੱਚ ਬੈਠੇ ਨੇ, ਉਹ ਆਪਣੀ ਅਣਖ ਨੂੰ ਲੈ ਕੇ, ਆਪਣੀ ਹੋਂਦ ਨੂੰ ਲੈ ਕੇ, ਆਪਣੇ ਸੱਚ ਨੂੰ ਲੈ ਕੇ ਬੈਠੇ ਨੇ। ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ ਤੇ ਇਮਾਨਦਾਰੀ ਨਾਲ ਬੰਦੇ ਬਣ ਕੇ ਏਕਾ ਬਣਾ ਕੇ ਜੇ ਅੱਜ ਵੀ ਤੁਰ ਪਵਾਂਗੇ ਤੇ ਕਾਮਯਾਬ ਹੋ ਜਾਵਾਂਗੇ। ਨਹੀਂ
ਤਾਂ ਫਿਰ ਉਹੀ ਹੱਲ ਹੋਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੇ ਉੱਠਿਆ ਨਹੀਂ ਕਰਨਾ ਤੇ ਦੂਜਾ ਸਾਡੇ ਨੌਜਵਾਨਾਂ ਨੇ ਜੇਲ੍ਹਾਂ ਦੇ ਵਿੱਚ ਰੁਲ ਜਾਣਾ। ਇੱਥੋਂ ਤੱਕ ਕਿ ਸਾਡੇ ਵਰਗੇ ਵੀ ਸੋਚ ਰਹੇ ਨੇ ਵੀ ਘਰ ਹੀ ਬਹਿ ਜਾਈਏ, ਕੀ ਲੋੜ ਪਈ ਹੈ ਬਿਨਾਂ ਮਤਲਬ ਤੋਂ ਜਾ ਕੇ ਕਿਸੇ ਤੇ ਕੇਸ ਪਵਾਉਣ ਦੀ, ਜਦੋਂ ਸਾਡੇ ਪਿੱਛੇ ਕੋਈ ਖੜਨ ਵਾਲਾ ਜਾਂ ਲੜਨ ਵਾਲਾ ਨਹੀਂ ਹੈ। ਅਸੀਂ ਵੀ ਹੁਣ ਇਹੀ ਸੋਚ ਰਹੇ ਹਾਂ। ਜੀ, ਤੇ ਇਹਦੇ ਨਾਲ ਹੀ ਭਾਈ ਸਾਹਿਬ, ਭਾਈ ਕਮਲਪ੍ਰੀਤ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੇ ਕੀ ਵਿਚਾਰ ਨੇ? ਫਿਰ ਉਸ ਤੋਂ ਬਾਅਦ ਸ਼ੋਅ ਦੀ ਸਮਾਪਤੀ ਵੱਲ ਵਧਣਾ ਹੈਗਾ। ਅਖੀਰ ਦੇ ਵਿੱਚ ਕੀ ਨਿਚੋੜ ਕੱਢਣਾ ਚਾਹੁੰਦੇ ਆ ਇਸ ਪ੍ਰੋਗਰਾਮ ਦਾ? ਕਿਉਂਕਿ ਜਿਹੜਾ ਸਾਡਾ ਮਕਸਦ ਹੈਗਾ ਕਿ ਲੋਕਾਂ ਨੂੰ, ਇਹ ਜਿਹੜੇ ਸਾਡੇ ਦਰਸ਼ਕ ਹੈਗੇ, ਉਹਨਾਂ ਨੂੰ ਇਹ ਮੈਸੇਜ ਪਹੁੰਚਾਉਣਾ ਕਿ ਉਹ ਬੇਫਿਕਰ ਰਹਿਣ, ਹਲੇ ਵੀ ਹੱਲ ਨਿਕਲ ਸਕਦਾ ਹੈਗਾ। ਕੀ ਕਹਿਣਾ ਚਾਹੋਗੇ? ਵੇਖੋ ਜੀ, ਜਦੋਂ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਕਿਸਾਨ ਆਗੂ ਇਹ ਨਹੀਂ ਕਰ ਰਹੇ, ਤੇ ਗੱਲ ਸਾਡੇ ਤੇ ਵੀ ਲਾਗੂ ਹੁੰਦੀ ਹੈ ਕਿ ਅਸੀਂ ਕੀ ਕਰ ਰਹੇ ਹਾਂ। ਇਕੱਲਾ ਅਸੀਂ ਦੋਸ਼ ਦੇ ਕੇ ਤੇ ਆਪਣੇ ਆਪ ਨੂੰ ਦੋਸ਼ ਮੁਕਤ ਨਹੀਂ ਕਰ ਸਕਦੇ। ਹੁਣ ਗੱਲ ਹੋਈ ਕਿ ਦੀਪ ਸਿੱਧੂ ਦੀ ਗ੍ਰਿਫਤਾਰੀ, ਭਾਈ ਰਣਜੀਤ ਸਿੰਘ ਦੀ, ਜਾਂ ਉਹ ਬੀਬੀ ਨਵਦੀਪ ਕੌਰ ਦੀ ਗੱਲ ਵੀ ਆ ਜਾਂਦੀ। ਬੇਸ਼ੱਕ ਉਹ ਕਿਸਾਨੀ ਸੰਘਰਸ਼ ਨਾਲ ਸਿੱਧੇ ਤੌਰ ਤੇ ਸੰਬੰਧਿਤ ਨਹੀਂ ਗਏ, ਪਰ ਜਦੋਂ ਕਿਸਾਨ ਆਗੂ ਨਾਅਰਾ ਲਾਉਂਦੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਤੇ ਫਿਰ ਉਹ ਲਾਗੇ ਮਜ਼ਦੂਰ ਰੂਪ ਦੇ ਵਿੱਚ ਜਦੋਂ ਇੱਕ ਕੋਈ ਸੰਘਰਸ਼ ਕਰ ਰਿਹਾ, ਤੇ ਉਹ ਕਿਸਾਨੀ ਪ੍ਰਤੀ ਬੜੇ ਸਾਰਥਕ ਨੇ। ਬੀਬੀ ਨਵਦੀਪ ਕੌਰ, ਉਹਨਾਂ ਦੀ ਵਿਚਾਰਧਾਰਾ ਕੋਈ ਹੋਰ ਹੋ ਸਕਦੀ ਹੈ, ਸ਼ਾਇਦ ਉਹ ਖੱਬੇ ਪੱਖੀ ਵਿਚਾਰਧਾਰਾ ਨਾਲ ਸੰਬੰਧਿਤ ਨੇ, ਪਰ ਅੱਜ ਜਿਹੜਾ ਏਕੇ ਦੇ ਰੂਪ ਦੇ ਵਿੱਚ ਅਸੀਂ ਉਹਨਾਂ ਦੀ ਗੱਲ ਵੀ ਕਰ ਰਹੇ ਹਾਂ। ਸੋ ਇਸ ਤੋਂ ਅੱਗੇ ਗੱਲ ਆ ਕਿ ਜਿਹੜੀਆਂ 128 ਗ੍ਰਿਫਤਾਰੀਆਂ ਹੋਈਆਂ, 143 ਦਾ ਅੰਕੜਾ ਵਕੀਲ ਸਾਹਿਬ ਨੇ ਦੱਸ ਦਿੱਤਾ ਤਾਜ਼ਾ, 150 ਦੇ ਕਰੀਬ ਗ੍ਰਿਫਤਾਰੀਆਂ, 150 ਤੋਂ ਵਧੇਰੇ ਜਿਹੜੀਆਂ ਕੁਰਬਾਨੀਆਂ, ਭਾਈ ਨਵਰੀਤ ਸਿੰਘ ਦੀ ਸ਼ਹਾਦਤ, ਇਹ ਕੁਝ ਵਾਪਰਿਆ ਹੋਵੇ ਤੇ ਜਿਹੜੀ ਇਹ ਯੂਨੀਅਨ ਆਗੂ ਨੇ ਉਹਨਾਂ ਦੇ ਉੱਤੇ ਚਿਹਰੇ ਤੇ ਕੋਈ ਉਦਾਸੀ ਨਹੀਂ, ਕੋਈ ਮਲਾਲ ਨਹੀਂ, ਉਹਨਾਂ ਨੂੰ ਤਾਂ ਪਰਵਾਹ ਹੀ ਕੋਈ ਨਹੀਂ। ਉਹ ਤਾਂ ਵੱਖਰੀਆਂ ਜਿਹੀਆਂ ਗੱਲਾਂ ਕਰਨ, ਸਗੋਂ ਬੜੀ ਬੇਗਾਨਗੀ ਵਾਲੀਆਂ ਗੱਲਾਂ ਕਰਨ। ਤਾਂ ਇਹ ਅਸੀਂ ਸੋਚੀਏ ਅਸੀਂ ਹੁਣ ਕੀ ਕਰਨਾ। ਅੰਮ੍ਰਿਤਸਰ ਦੇ ਵਿੱਚ ਕੱਲ 13 ਫਰਵਰੀ ਨੂੰ ਇੱਕ ਪ੍ਰੋਗਰਾਮ ਹੋਣ ਜਾ ਰਿਹਾ। 13 ਫਰਵਰੀ ਨੂੰ ਦੁਪਹਿਰੇ 1 ਵਜੇ ਜਲਿਆਂਵਾਲੇ ਬਾਗ ਦੇ ਕੋਲ ਕਾਰ ਪਾਰਕਿੰਗ ਆ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਇੱਕ ਸੁਸ਼ੋਭਿਤ ਆ ਬੁੱਤ ਦੇ ਰੂਪ ਦੇ ਵਿੱਚ। ਉੱਥੇ ਇੱਕ ਤਰ੍ਹਾਂ ਦਾ ਮੁਜ਼ਾਹਰਾ ਹੋ ਰਿਹਾ, ਵੱਖ-ਵੱਖ ਥਾਵਾਂ ਤੋਂ ਲੋਕਾਂ ਨੇ ਪਹੁੰਚਣਾ, ਜਿਹਦੇ ਵਿੱਚ ਸਰਕਾਰੀ ਜ਼ਬਰ ਜਿਹੜਾ ਹੋ ਰਿਹਾ ਉਹਦੇ ਖਿਲਾਫ ਇਹ ਮੁਜ਼ਾਹਰਾ। ਅਜਿਹੇ ਮੁਜ਼ਾਹਰੇ ਜਿਹੜੇ ਆ, ਮੈਂ ਜਿਵੇਂ ਜਾਣਕਾਰੀ ਉੱਚ ਤੁਹਾਨੂੰ ਦੱਸਿਆ ਕਿ ਸਿੰਘੂ ਬਾਰਡਰ ਤੇ ਵੀ ਹੋ ਕੇ ਹਟਿਆ ਮੋਰਚੇ ਦੇ ਵਿਚਾਲੇ, ਤੇ ਕੁਝ ਗੱਲਾਂ ਰਿਪੋਰਟਸ ਜਿਹੜੀਆਂ ਫਰੀਦਕੋਟ ਤੋਂ ਵੀ ਆ ਰਹੀਆਂ। ਸਾਨੂੰ ਖੁਦ ਜਾਗਣ ਦੀ ਲੋੜ ਆ, ਹੋਰਾਂ ਲੋਕਾਂ ਨੂੰ ਜਗਾਉਣ ਦੀ ਲੋੜ ਆ ਕਿ ਅਸੀਂ ਸਰਕਾਰ ਦੇ ਜ਼ਬਰ ਦੇ ਖਿਲਾਫ ਜੇ ਅੱਜ ਨਹੀਂ ਖੜਦੇ, ਉਸ ਗੱਲ ਦਾ ਵਿਰੋਧ ਨਹੀਂ ਕਰਦੇ, ਤੇ ਫਿਰ ਸਾਡੀ ਖਾਮੋਸ਼ ਸਹਿਮਤੀ ਜਿਹੜੀ ਆ ਫਿਰ ਉਹਨਾਂ ਨਾਲ ਸਹਿਮਤੀ ਹੋਊਗੀ। ਇਸ ਕਰਕੇ ਜਿੱਥੇ ਵੀ ਤੁਸੀਂ ਬੈਠੇ ਹੋ, ਆਪੋ ਆਪਣੀ ਥਾਂ ਦੇ ਉੱਤੇ ਇਸ ਗੱਲ ਦਾ ਆਪੋ ਆਪਣੀ ਯੋਗ ਸਾਧਨਾ ਦੇ ਅਨੁਸਾਰ, ਚਾਹੇ ਤੁਹਾਡੇ ਕੋਲ ਸਮਾਜਿਕ ਮਾਧਿਅਮ ਹੈ, ਜੇ ਤੁਸੀਂ ਸੜਕ ਤੇ ਉਤਰ ਸਕਦੇ ਹੋ, ਕਿਤੇ ਵੀ ਰਹਿ ਰਹੇ ਹੋ, ਤੇ ਸੜਕ ਤੇ ਉਤਰੋ, ਹੱਥ 'ਚ ਪੋਸਟਰਸ ਫੜੇ ਹੋਣ। ਤੇ ਉਹ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਆ, ਇਹਨਾਂ ਤੇ ਨਜਾਇਜ਼ ਮੁਕੱਦਮੇ ਪਾਏ ਜਾ ਰਹੇ ਆ, ਜ਼ਬਰ ਹੋ ਰਿਹਾ, ਤਸ਼ੱਦਦ ਹੋ ਰਿਹਾ, ਬੰਦਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਅੱਜ ਮੈਂ ਨਿੱਕੀ ਜੀ ਗੱਲ ਕਰਕੇ ਸਮਾਪਤੀ ਵੱਲ ਵਧਣਾ ਕਿ ਜਿਵੇਂ ਭਾਈ ਇਕਬਾਲ ਸਿੰਘ ਦੀ ਗ੍ਰਿਫਤਾਰੀ ਹੋਈ ਆ, ਤੇ ਅੱਜ ਇੱਕ ਮੀਡੀਆ ਸੀ, ਭਾਰਤੀ ਮੀਡੀਆ ਦਾ ਹਿੱਸਾ, ਉਹ ਕਹਿਣ ਜੀ ਇਕਬਾਲ ਕਾ ਬਿਆਨ। ਇਕਬਾਲ ਕੀ ਸੀ? ਆਖੇ ਜੀ ਰਿੰਗ ਰੋਡ ਵੱਲ ਜਾਣਾ। ਮਤਲਬ ਇੰਨੀ ਗੱਲ ਨੂੰ ਹੁਣ ਰਿੰਗ ਰੋਡ ਵੱਲ ਗਏ ਆ ਤੇ ਗਾੜੀ ਲਾਲ ਕਿਲੇ ਪਹੁੰਚੇ ਆ, ਸਾਰੇ ਕਹਿ ਰਹੇ ਆ, ਜਦੋਂ ਵੀਡੀਓਸ ਆ ਗਈਆਂ, ਮੰਨ ਲਿਆ ਕੋਈ ਗੁਨਾਹ ਨਹੀਂ ਕੀਤਾ, ਖਾਲਸਾ ਹੀ ਝੰਡਾ ਚਲਾ ਦੇਣਾ ਕੋਈ ਗੁਨਾਹ ਨਹੀਂਗਾ। ਸਾਡੀ ਇਹ ਜਿਹੜੀ ਪੁਰਾਣੀ ਹਿਸਟਰੀ ਆ, ਚਾਹੇ ਉਹ ਅਸੀਂ ਜ਼ਾਹਰਾ ਰੂਪ ਦੇ ਵਿੱਚ, ਇਤਿਹਾਸ ਦੇ ਰੂਪ 'ਚ ਹੋਵੇ, ਤੇ ਜਾਂ ਫਿਰ ਕਹਿ ਲਓ ਸੰਕੇਤਕ ਰੂਪ ਦੇ ਵਿੱਚ ਕੁਝ ਘੰਟਿਆਂ ਲਈ ਆ, ਉਹ ਕੋਈ ਮਾੜੀ ਗੱਲ ਨਹੀਂ ਹੋਈ, ਕੋਈ ਗੁਨਾਹ ਨਹੀਂ ਕੀਤਾ। ਇਸ ਗੱਲ ਨੂੰ ਬੜਾ ਹਊਆ ਖੜਾ ਕਰਕੇ ਤੇ ਕਿਸਾਨ ਸੰਘਰਸ਼ ਨੂੰ ਕੁਚਲਣ ਦੀਆਂ ਗੱਲਾਂ ਹੋ ਰਹੀਆਂ। ਸੋ ਕੁੱਲ ਮਿਲਾ ਕੇ ਲੋਕ ਆਪਣੀ ਏਕਤਾ ਬਣਾਈ ਰੱਖਣ, ਤੇ ਜਿਹੜੇ ਆਗੂ ਨੇ ਨਾ, ਉਹ ਥੋੜਾ ਹੋਸ਼ ਕਰਨ। ਜਿਹੜੀਆਂ ਗੱਲਾਂ ਉਹ ਕਰ ਰਿਹਾ ਇਹ ਸਹੀ ਨਹੀਂ ਗੀਆਂ, ਉਹਨਾਂ ਨੂੰ ਮੁੜ ਕੇ ਵੇਖਣ ਦੀ ਲੋੜ ਆ ਕਿ ਜੇ ਉਹਨਾਂ ਦਾ ਇਸ ਤਰੀਕੇ ਨਾਲ ਵਿਰੋਧ ਹੋ ਰਿਹਾ, ਕਿਉਂ ਹੋ ਰਿਹਾ, ਉਹ ਸੰਜੀਦਗੀ ਨਾਲ ਸੋਚਣ ਤੇ ਵਾਪਸ ਮੁੜ ਜਿਹੜਾ ਵਾ ਸੰਘਰਸ਼ ਨੂੰ ਲੀਹਾਂ ਵਾਲੇ ਪਾਸੇ ਲਿਆਉਣ, ਨਹੀਂ ਤਾਂ ਫਿਰ ਰਸਾਦਾ ਲਾਲ ਤੇ ਜਾ ਹੀ ਰਿਹਾ ਜੀ। ਬਹੁਤ ਧੰਨਵਾਦ ਜੀ। ਤੇ ਲਾਸਟ ਦੇ ਵਿੱਚ ਐਡਵੋਕੇਟ ਜਗਜੀਤ ਸਿੰਘ ਜੀ, ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਦਰਸ਼ਕਾਂ ਨੂੰ ਆਪਣੇ ਵੱਲੋਂ? ਦੇਖੋ ਜੀ, ਸੁਨੇਹਾ ਇਹੋ ਹੀ ਆ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਆ, ਇਹਨਾਂ ਨੂੰ ਕੋਈ ਇਹੋ ਜਿਹੀ ਰਣਨੀਤੀ ਲਿਖਣੀ ਚਾਹੀਦੀ ਆ ਜਿਹੜੀ ਕਿ ਇਸ ਸੰਘਰਸ਼ ਨੂੰ ਜਿਹੜਾ ਬੁਲੰਦੀਆਂ ਤੇ ਪਹੁੰਚਿਆ ਹੋਇਆ ਵਾ, ਇਹਨੂੰ ਥੱਲੇ ਡਿੱਗਣ ਤੋਂ ਰੋਕਣ। ਤੇ ਦੂਸਰੀ ਗੱਲ, ਜਿੰਨੇ ਵੀ ਇਹ ਨੌਜਵਾਨ ਅਰੈਸਟ ਹੋਏ ਆ ਜਾਂ ਜਿਨ੍ਹਾਂ ਨੂੰ ਅਰੈਸਟ ਹੋਣ ਦਾ ਖਤਰਾ ਵਾ, ਜਿਨ੍ਹਾਂ ਨੂੰ ਨੋਟਿਸ ਮਿਲ ਰਹੇ ਆ, ਉਹਨਾਂ ਵਾਸਤੇ ਵੀ ਇੱਕ ਵੱਖਰੀ ਰਣਨੀਤੀ ਲਿਖਣੀ ਪੈਣੀ ਹੈ, ਜਿਹਦੇ ਨਾਲ ਸਰਕਾਰ ਦੇ ਉੱਤੇ ਪੂਰਾ ਦਬਾਅ ਬਣਾਇਆ ਜਾ ਸਕੇ। ਫਿਰ ਹੀ ਇਹ ਜਿਹੜੀਆਂ ਗ੍ਰਿਫਤਾਰੀਆਂ ਰੋਕੀਆਂ ਜਾ ਸਕਦੀਆਂ।
ਤੇ ਇਸ ਦੇ ਉੱਤੇ ਬ੍ਰੇਕ ਜਿਹੜੀ ਆ ਲਾਈ ਜਾ ਸਕਦੀ ਹੈ। ਜੇ ਇਸੇ ਤਰ੍ਹਾਂ ਹੀ ਇਹ ਕਿਸਾਨ ਆਗੂ ਕਰਦੇ ਰਹੇ, ਲੋਕਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ ਤੇ ਇਹ ਨੌਜਵਾਨਾਂ ਤੋਂ ਆਪਣਾ ਜਿਹੜਾ ਭਰੋਸਾ ਗਵਾ ਲੈਣਗੇ ਤੇ ਜਿਹੜੇ ਲੋਕ ਨੇ ਉਹ ਇਕੱਲੇ ਇਕੱਲੇ ਹੀ ਇਸੇ ਤਰ੍ਹਾਂ ਹੀ ਖੱਜਲ ਖੁਆਰ ਹੁੰਦੇ ਰਹਿਣਗੇ। ਦੂਸਰੇ ਨੰਬਰ ਤੇ ਜਿੰਨੀਆਂ ਵੀ ਮਨੁੱਖੀ ਅਧਿਕਾਰ ਜਥੇਬੰਦੀਆਂ ਜਾਂ ਐਡਵੋਕੇਟ ਜਿੰਨੇ ਵੀ ਲੱਗੇ ਨੇ ਉਹਨਾਂ ਨੂੰ ਸਾਰਿਆਂ ਦੇ ਨਾਲ ਇਕੱਠੇ ਹੋ ਕੇ ਇੱਕ ਟੀਮ ਵਰਕ ਕੰਮ ਕਰਨਾ ਚਾਹੀਦਾ, ਨਾ ਕਿ ਇਕੱਲੇ ਇਕੱਲੇ ਤੌਰ ਦੇ ਉੱਤੇ ਕੰਮ ਕਰਦੇ ਰਹਿਣਗੇ। ਉਸ ਦੇ ਨਾਲ ਕੋਈ ਵੀ ਫਾਇਦਾ ਹੋਣ ਵਾਲਾ ਨਹੀਂ, ਕੋਈ ਕਿਸੇ ਪਾਸੇ ਨੂੰ ਚੱਲੇ ਜਾਊਗਾ, ਕੋਈ ਕਿਸੇ ਪਾਸੇ ਨੂੰ ਚੱਲੀ ਜਾਏਗਾ। ਇਸ ਕਰਕੇ ਸਾਰਿਆਂ ਨੂੰ ਮੇਰੀ ਇਹ ਬੇਨਤੀ ਹੈ ਕਿ ਏਕਾ ਬਣਾ ਕੇ ਤੇ ਸਾਰਿਆਂ ਦੇ ਨਾਲ ਸੰਪਰਕ ਕਰਕੇ ਇੱਕ ਉਹਦਾ ਟੇਬਲ ਬਣਾ ਕੇ ਚੱਲਣਗੇ ਤੇ ਉਹਦੇ ਵਿੱਚ ਫਾਇਦਾ ਹੋ ਸਕਦਾ। ਸਭ ਤੋਂ ਵਧੀਆ ਗੱਲ ਤੇ ਇਹ ਹੈ ਕਿ ਸਰਕਾਰ ਦੇ ਉੱਤੇ ਦਬਾਅ ਬਣਾ ਕੇ ਕੇਸ ਹੀ ਵਾਪਸ ਕਰਾਏ ਜਾਣ ਤੇ ਫਿਰ ਇਹਦਾ ਮਸਲੇ ਦਾ ਹੱਲ ਹੈਗਾ ਜਿਹੜਾ ਗ੍ਰਿਫਤਾਰੀਆਂ ਦੇ ਵਿੱਚ ਆ। ਜੀ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਗਿਆਨੀ ਬਰਜਿੰਦਰ ਸਿੰਘ, ਦਮਦਮੀ ਟਕਸਾਲ, ਭਾਈ ਪਪਲਪ੍ਰੀਤ ਸਿੰਘ ਤੇ ਐਡਵੋਕੇਟ ਜਗਜੀਤ ਸਿੰਘ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਆਪਣੇ ਵਿਚਾਰਾਂ ਦੀ ਸਾਂਝ ਦੇਣ ਦੇ ਲਈ। ਤੇ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਦਰਸ਼ਕ ਹੈਗੇ ਆ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਜ਼ਰੀਏ ਜੋ ਵੀ ਜਾਣਕਾਰੀ ਮਿਲੀ ਹੋਊਗੀ ਉਹਨਾਂ ਦੇ ਲਈ ਤੇ ਅਗਲੇ ਵੀ ਪ੍ਰੋਗਰਾਮਾਂ ਦੇ ਵਿੱਚ ਹੋਰ ਵੀ ਬਹੁਤ ਸਾਰੀ ਜਾਣਕਾਰੀ ਤੁਹਾਡੇ ਨਾਲ ਲੈ ਕੇ ਆਵਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਸੋ ਗੱਲਬਾਤ ਕਰਦੇ ਹੋਏ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਜ਼ਰੂਰ ਮਾਫ ਕਰ ਦਿਓ। ਇੱਥੇ ਫਤਿਹ ਪਾਉਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ।